या मैं उन्हें जफ्फी पाऊंगी नो वो औखा है चीज़ मेरे लिए कि नहीं मैं उन्हें नहीं देख सकती सी नहीं मैं फ्यूनरल ते भी नहीं आ सकती सी ਦੀਪ ਸਿੱਧੂ ਚ ਕਿਹੜੀ ਗੱਲ ਸੀ ਜਿਹੜੀ ਤੁਹਾਨੂੰ ਇੰਨੀ ਖਿੱਚ ਪਈ ਕਿ ਤੁਸੀਂ ਰਿਲੇਸ਼ਨ ਦੇ ਵਿੱਚ ਆ ਗਏ? Deep also वो ये पसंद है कि रीना very spiritual and very purity very loving caring nurturing उस चीज़ उन्हें बहुत ज़्यादा पसंद सी because ये चीज़ें उन्हें पहले नहीं मिलियां। ਤੁਸੀਂ ਕਹਿ ਰਹੇ ਕਿ ਉਹਨਾਂ ਨੂੰ ਪਹਿਲਾਂ ਇਮੋਸ਼ਨਲ ਸਪੋਰਟ ਔਰ ਪਿਆਰ ਨਹੀਂ ਮਿਲਿਆ, ਉਹਨਾਂ ਦੀ ਫੈਮਿਲੀ ਸੀ, ਉਹ ਮੈਰਿਡ ਸੀਗੇ, ਤੁਹਾਨੂੰ ਪਤਾ ਸੀ ਇਸ ਗੱਲ ਦਾ, ਉਹਨਾਂ ਦੀ ਪਹਿਲੀ ਵਾਈਫ ਦਾ ਬਾਰੇ? ਹਾਂਜੀ ਜੀ ਮੈਨੂੰ ਪਹਿਲੇ ਦਿਨ ਤੋਂ ਪਤਾ ਸੀ। ਉਹਨਾਂ ਦੀ ਬੇਟੀ ਵੀ ਹੈ ਵੀ ਪਤਾ ਸੀ? ਹਾਂਜੀ ਉਹਦੇ ਬਾਰੇ ਵੀ ਮੈਨੂੰ ਪਤਾ ਸੀ। ਜਦੋਂ ਐਕਸੀਡੈਂਟ ਹੋਇਆ ਡੈਥ ਹੋ ਗਈ ਦੀਪ ਦੀ, ਕਿ ਉਹਦੇ ਬਾਅਦ ਤੁਹਾਡਾ ਕੋਈ ਕਨੈਕਸ਼ਨ ਰਿਹਾ ਆਪਸ ਦੇ ਵਿੱਚ ਉਹਨਾਂ ਦੀ ਫੈਮਿਲੀ ਦੇ ਨਾਲ? ਨਹੀਂ ਮਨਦੀਪ ਦੇ ਨਾਲ ਫੈਮਿਲੀ ਦੇ ਨਾਲ ਕਿਸੇ ਦੇ ਨਾਲ ਨਹੀਂ, ਕਜ਼ਨਸ ਦੇ ਨਾਲ ਉਹ ਸਾਰੇ ਮੈਨੂੰ ਨਹੀਂ ਗੱਲ ਕਰਦੇ। ਦੀਪ ਨੂੰ ਮੈਂ ਇਹੀ ਹਮੇਸ਼ਾ ਕਹਿੰਦੀ ਹੁੰਦੀ ਸੀ ਕਿ ਤੂੰ ਰਿਲੇਸ਼ਨਸ਼ਿਪ ਰੱਖ ਫੈਮਿਲੀ ਦੇ ਨਾਲ ਬਿਕਾਜ਼ ਈਵਨ ਦੋ ਠੀਕ ਆ ਸਟੈਪ ਮਦਰ ਆ ਪਰ ਉਹ ਫਿਰ ਵੀ ਮਾਂ ਆ ਰਾਈਟ ਪਰ ਨਹੀਂ ਮੰਨਦਾ ਸੀ। ਮੈਂ ਕਿੰਨਾ ਕੋਸ਼ਿਸ਼ ਕਰਦੀ ਸੀ ਆਈ ਟਰਾਈਡ ਮੇਰੀ ਯੂ نو ਉਹ ਸਮਝ ਕੇ ਕਿ ਮੇਰੀ ਫੈਮਿਲੀ ਸੀ ਉਹ ਉਹਦੀ ਫੈਮਿਲੀ ਹੈ, ਉਹਦੀ ਮੇਰੀ ਮਾਤਾ ਉਹਦੀ ਮਾਤਾ ਵਾ। ਤੁਹਾਡੀ ਫੈਮਿਲੀ ਲੈਵਲ ਤੇ ਕੋਈ ਸੈਰੇਮਨੀ ਹੋ ਰੱਖੀ ਸੀ, ਕੋਈ ਰੋਕਾ ਕੋਈ ਸ਼ਗਨ ਇਹੋ ਜਿਹਾ? ਇਹ ਉਹ ਤਾਂ ਹੋ ਗਿਆ ਸੀ ਇੰਡੀਆ 'ਚ ਹੋਇਆ ਸੀ ਯੂਐਸ 'ਚ ਹੋਇਆ ਸੀ? ਯੂਐਸ ਦੇ ਵਿੱਚ ਹੋ ਗਿਆ ਸੀ। ਮਾਈ ਕਲੋਜ਼ ਫੈਮਿਲੀ ਵਾਸ देयर ਉਹਨੇ ਹੁਣ ਆ ਕੇ ਮੇਰਾ ਹੱਥ ਪੁੱਛਣੇ ਸੀ ਮੇਰੇ ਫਾਦਰ ਤੋਂ। ਸਾਡਾ ਰਿਲੇਸ਼ਨਸ਼ਿਪ ਵਾਸ ਰੀਲੀ ਬਿਊਟੀਫੁਲ ਰਿਲੇਸ਼ਨਸ਼ਿਪ। ਦੀਪ ਤੇ ਮੇਰੀ ਪਹਿਲੀ ਮੁਲਾਕਾਤ ਹੋਈ ਸੀ 2017 ਦੇ ਵਿੱਚ ਜਦੋਂ ਰੰਗ ਪੰਜਾਬ ਦੀ ਸ਼ੂਟਿੰਗ ਸ਼ੁਰੂ ਹੋ ਗਈ ਸੀ। ਪਰ ਹੁਣ ਤੁਸੀਂ ਅਚਾਨਕ ਇੰਡੀਆ ਕਿਵੇਂ ਆਏ? ਕਿ ਹੁਣ ਕਿਸੇ ਨੇ ਕਿਹਾ, ਕਿਸੇ ਦੇ ਕਹਿਣ ਤੇ ਆਇਓ ਤੁਸੀਂ, ਜਾਂ ਆਪਣੇ ਦਿਲ ਦੇ ਅੰਦਰੋਂ ਆਵਾਜ਼ ਆਈ ਕਿ ਹਾਂ ਮੈਨੂੰ ਹੁਣ ਦੱਸਣਾ ਚਾਹੀਦਾ, ਰਾਈਟ ਟਾਈਮ ਕਿਉਂ ਲੱਗਾ ਹੁਣ ਆਣਾ? ਇੰਨਾ ਟਾਈਮ ਸਾਲ ਬਾਅਦ ਵੀਨਾ ਕਿਉਂ ਆਈ ਇਸ ਬਿਕਾਜ਼ ਅੰਮ੍ਰਿਤਪਾਲ ਵਾਰਿਸ ਪੰਜਾਬ ਯੂ نو ਮੈਂ ਸਮਝਦੀ ਉਹ ਮੇਰੇ ਨਾਲ ਖੜੇ ਸੀ ਸੋ ਇੰਨਾ ਤੱਕ ਲਾਸਟ ਈਅਰ ਮੈਂ ਆਈ ਸੀ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਵੇਟ ਕਰਿਓ ਅਸੀਂ ਸਾਰੇ ਪ੍ਰੈਸ ਕਾਨਫਰੰਸ ਬਿਕਾਜ਼ ਕਿਸੇ ਨੇ ਨਹੀਂ ਮੈਨੂੰ ਯਕੀਨ ਕਰਨਾ। ਜਦ ਮੈਂ ਹੁਣ ਕੱਲੀ ਜਾ ਕੇ ਕਹਦੇ ਕਿ ਦੀਪਤੀ ਯੂ نو ਐਕਸੀਡੈਂਟ ਨਹੀਂ ਉਹਨਾਂ ਨੇ ਬਲੀਵ ਹੀ ਨਹੀਂ ਕਰਨਾ ਬਿਕਾਜ਼ ਇੰਨੀ ਯੂਥ ਅਮਰਪਾਲ ਦੇ ਨਾਲ ਹੈਗੀ ਆ ਇਸ ਵਕਤ ਕਿ ਉਹ ਨੈਰੇਟਿਵ ਇਹ ਆ ਕਿ ਉਹਦਾ ਕਤਲ ਹੋਇਆ ਵਾ ਐਂਡ ਉਸ ਚੀਜ਼ ਤੇ ਮੈਨੂੰ ਬਹੁਤ ਦੁੱਖ ਲੱਗਿਆ ਰੀਸੈਂਟਲੀ ਬਾਰਸੀ ਤੇ ਕਿ ਇਹ ਹਲੇ ਸੱਚ ਨਹੀਂ ਬੋਲਦੇ। ਜੋ ਅੰਮ੍ਰਿਤਪਾਲ ਦੀ ਸੋਚ ਆ ਉਹ ਵੱਖਰੇ ਰਾਜ ਦੀ ਮੰਗ ਕਰਦੇ ਆ। ਹਾਲ ਹੀ ਦੇ ਵਿੱਚ ਤੁਹਾਨੂੰ ਅਜਨਾਲਾ ਇਸ਼ੂ ਦਾ ਵੀ ਪਤਾ ਹੋਣਾ ਕਿ ਪੁਲਿਸ ਸਟੇਸ਼ਨ ਦੇ ਉੱਪਰ ਅਟੈਕ ਕੀਤਾ ਗਿਆ, ਤਾਂ ਤੁਸੀਂ ਉਹਨਾਂ ਦੀ ਸੋਚ ਨਾਲ ਸਹਿਮਤ ਹੋ? ਜੇ ਦੀਪ ਸਿੱਧੂ ਹੁੰਦੇ ਤਾਂ ਉਹਨਾਂ ਦੀ ਸੋਚ ਨਾਲ ਸਹਿਮਤ ਹੁੰਦੇ? I would say 90% of ਲੋਕ ਨੂੰ ਪਤਾ ਕਿ ਇਹ ਚੀਜ਼ ਦੀਪ ਨਹੀਂ ਮੰਨੂਗਾ। ਈਵਨ ਪੰਥ ਨੂੰ ਵੀ ਇਹ ਚੀਜ਼ ਤੇ ਯੂ نو ਦੇ ਸ਼ੁਡ ਐਟ ਲੀਸਟ ਨੋ ਦੈਟ ਮਚ ਕਿ ਇਹ ਚੀਜ਼ ਨਹੀਂ ਦੀਪ ਕਦੇ ਨਹੀਂ ਮੰਨੂਗਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਲੈ ਕੇ ਯੂ نو ਤੁਰਨਾ ਉਹ ਟਾਈਮ ਨਹੀਂ ਹੁਣ ਯੂ نو ਜਦ ਤੁਸੀਂ ਲੜਾਈ ਕਰਨੀ ਆ ਤੁਸੀਂ ਸਟਰਕਚਰ ਦੇ ਨਾ ਕਰੋ। ਅੰਮ੍ਰਿਤਪਾਲ ਤੁਹਾਨੂੰ ਕਿਹੋ ਜਿਹੇ ਲੱਗਦੇ ਆ? ਅੰਮ੍ਰਿਤਪਾਲ ਦੀ ਪਰਸਨੈਲਿਟੀ ਬਾਰੇ ਕੁਝ ਕਹੋਗੇ? ਕਿਹੋ ਜਿਹੀ ਸੋਚ ਆ ਉਹਨਾਂ ਦੀ? ਤੁਸੀਂ ਪਹਿਲਾਂ ਤੋਂ ਜਾਣਦੇ ਹੋ ਤੁਸੀਂ? ਹੀ ਇਜ਼ ਅ ਨਾਈਸ ਪਰਸਨ ਐਂਡ ਮੈਂ ਹਲੇ ਵੀ ਉਹਨੂੰ ਰਿਸਪੈਕਟ ਕਰਦੀ ਹਾਂ ਐਂਡ ਅੰਮ੍ਰਿਤਪਾਲ ਉਹ ਉੱਥੇ ਸੀ ਕਦੋਂ ਮੈਨੂੰ ਦੀਪ ਆਈ ਲੋਸਟ ਦੀਪ ਉਹ ਮੇਰੇ ਨਾਲ ਉਸ ਟਾਈਮ ਖੜਾ ਸੀ। ਮੈਨੂੰ ਆਬਵੀਅਸਲੀ ਨਹੀਂ ਪਤਾ ਬਿਹਾਈਂਡ ਦ ਸੀਨਸ ਕੀ ਚੱਲਦਾ ਸੀ ਪਰ ਈਵਨ ਅੱਜ ਮੈਂ ਕਹਿੰਦੀ ਕਿ ਮੈਂ ਥੈਂਕ ਯੂ ਕਹਿੰਦੀ ਅੰਮ੍ਰਿਤਪਾਲ ਉਹ ਉੱਥੇ ਮੇਰੇ ਨਾਲ ਖੜਾ ਸੀ ਜਦੋਂ ਮੈਂ ਉਹਨੂੰ ਫੋਨ ਕਰਕੇ ਰੋਂਦੀ ਹੁੰਦੀ ਸੀ। ਉਹਨੂੰ ਪਤਾ ਸੀ ਮੈਂ ਪਿੱਟਦੀ ਸੀ ਕਿ ਮੇਰੀ ਜਾਨ ਚਲ ਗਈ। ਤੁਸੀਂ ਉਹਨਾਂ ਨੂੰ ਐਕਟਿਵਿਸਟ ਕਹਿੰਦੇ ਹੋ ਕਿ ਪੰਜਾਬ ਵੀ ਬਹੁਤ ਕੁਝ ਕਰਨਾ ਚਾਹੁੰਦੇ ਸੀ ਪਰ ਪੈਸੇ ਦੇ ਬਿਨਾਂ ਕੁਝ ਵੀ ਪੋਸੀਬਲ ਨਹੀਂ ਹੁੰਦਾ ਹੈਗਾ, ਤੇ ਉਹ ਪੈਸਾ ਕਿੱਥੋਂ ਆਉਂਦਾ ਸੀਗਾ? ਕਿ ਫੰਡਿੰਗ ਕਿੱਥੋਂ ਹੁੰਦੀ ਸੀਗੀ? ਕੋਈ ਪਿੱਛੇ ਉਹਨਾਂ ਦੇ ਕਿਸੇ ਦੀ ਥਾਪੀ ਸੀਗੀ ਜੋ ਕੋਈ ਉਹਨਾਂ ਨੂੰ ਸਪੋਰਟ ਕਰਦਾ ਸੀ? ਨਹੀਂ ਕੁਛ ਇੱਦਾਂ ਨਹੀਂ ਸੀ ਬਿਕਾਜ਼ ਦੀਪ ਕਦੇ ਕਿਸੇ ਤੋਂ ਪੈਸਾ ਨਹੀਂ ਲਊਗਾ। ਇਹ ਉਹਦੀ ਬਹੁਤ you know it's a very important topic that ਉਹਨੇ ਕਿਹਾ ਸੀ ਕਿ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ। ਨਹੀਂ ਕੰਮ ਕੀਤਾ he has you know he has money it's not that he didn't ਇਲਜ਼ਾਮ ਲੱਗਦੇ ਆ ਕਿ ਫੰਡਿੰਗ ਕਿਤੋਂ ਨਾ ਕਿਤੋਂ ਹੁੰਦੀ ਸੀ, ਵਿਦੇਸ਼ਾਂ ਤੋਂ ਫੰਡਿੰਗ ਹੁੰਦੀ ਸੀ? ਨਹੀਂ not for him ਕਿਦੋਂ ਅੰਦੋਲਨ ਹੁੰਦਾ ਸੀ ਉਹ ਕਾਫੀ ਪੈਸਾ ਹੁੰਦਾ ਸੀ ਪਰ ਕਦੇ ਦੀਪ ਦੇ ਕੋਲ ਉਹ ਪੈਸਾ ਨਹੀਂ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਹਰਮਨ ਹੇਰ। ਇਸ ਵੇਲੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਦੀਪ ਸਿੱਧੂ ਦੀ ਮੌਤ ਦਾ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਹੈ। ਕਈ ਤਰੀਕੇ ਦੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਹਾਲ ਹੀ ਦੇ ਵਿੱਚ ਦੀਪ ਸਿੱਧੂ ਦੇ
ਜੋ ਮਹਿਲਾ ਦੋਸਤ ਸੀਗੇ, ਮੰਗੇਤਰ ਸੀ ਉਹਨਾਂ ਦੇ, ਉਹ ਕਾਫੀ ਦੇਰ ਦੇ ਬਾਅਦ ਇੰਡੀਆ ਵਾਪਸ ਆਏ ਨੇ ਤੇ ਇੱਥੇ ਆ ਕੇ ਉਹ ਦੀਪ ਸਿੱਧੂ ਦੀ ਮੌਤ ਦੇ ਬਾਰੇ ਵੱਡੇ ਜੋ ਦਾਅਵੇ ਨੇ ਉਹ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ। ਸਾਡੇ ਨਾਲ ਖੁਦ ਰੀਨਾ ਰਾਏ ਮੌਜੂਦ ਨੇ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕਿ ਤੁਸੀਂ ਸਭ ਕੁਝ ਦੱਸਣ ਦੇ ਵਾਸਤੇ ਅੱਗੇ ਆਏ ਹੋ, ਚਾਹੇ ਦੇਰ ਦੇ ਨਾਲ ਹੀ ਆਏ ਹੋ, ਲੇਕਿਨ ਸਟੈਂਡ ਲੈ ਰਹੇ ਹੋ ਆਪਣਾ ਤੇ ਕਹਿ ਰਹੇ ਹੋ ਕਿ ਜੋ ਅਸਲੀਅਤ ਹੋਈ ਉਹ ਮੈਂ ਦੱਸ ਰਹੀ ਹਾਂ। ਤੁਹਾਨੂੰ ਤੋਂ ਅਸੀਂ ਜਾਣਾਂਗੇ ਕਿ ਜੋ ਤੁਸੀਂ ਕਹਿ ਰਹੇ ਹੋ ਕਿ ਮੈਂ ਸੱਚ ਦੱਸ ਰਹੀ ਹਾਂ ਕਿ ਆਖਰਕਾਰ ਐਕਸੀਡੈਂਟ ਵਾਲੇ ਦਿਨ ਹੋਇਆ ਕੀ ਸੀ, ਉਹ ਵੀ ਤੁਹਾਡੇ ਤੋਂ ਪੁੱਛਾਂਗੇ। ਪਰ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਦੀਪ ਸਿੱਧੂ ਸੀ ਕੌਣ, ਤੁਹਾਡਾ ਕੀ ਰਿਲੇਸ਼ਨ ਸੀਗਾ, ਕਦੋਂ ਤੁਸੀਂ ਮਿਲੇ ਸੀਗੇ? ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਰਿਲੇਸ਼ਨਸ਼ਿਪ was really beautiful relationship. ਦੀਪ ਤੇ ਮੇਰੀ ਪਹਿਲੀ ਮੁਲਾਕਾਤ ਹੋਈ ਸੀ 2017 ਦੇ ਵਿੱਚ, ਜਦੋਂ ਰੰਗ ਪੰਜਾਬ ਦੀ ਸ਼ੂਟਿੰਗ ਸ਼ੁਰੂ ਹੋ ਗਈ ਸੀ, and that was in December of 2017। ਉਦੋਂ ਪਹਿਲਾ ਟਾਈਮ ਮੈਂ ਦੀਪ ਨੂੰ ਮਿਲੀ ਸੀ। ਉਸ ਦਿਨ ਦੇ ਬਾਅਦ ਅਸੀਂ ਸ਼ੂਟਿੰਗ ਸ਼ੁਰੂ ਹੋ ਗਈ, we fell in love ਸੈੱਟ ਤੇ, you know। ਤੁਸੀਂ ਪਹਿਲੀ ਵਾਰੀ ਫਿਲਮ ਦੇ ਸੈੱਟ ਤੇ ਮਿਲੇ ਸੀ? ਹਾਂਜੀ ਹਾਂਜੀ, ਪਹਿਲੀ ਟਾਈਮ was on ਰੰਗ ਪੰਜਾਬ shooting set, and ਕਾਫੀ ਸੀਰੀਅਸ ਹੋ ਗਈ ਸੀ। we got official very soon। ਫੈਮਿਲੀ ਨੂੰ ਵੀ ਪਤਾ ਸੀ, ਸਾਰਿਆਂ ਨੂੰ ਪਤਾ ਸੀ ਕਿ you know ਹੁਣ ਦੀਪ is in my life, and ਵਿਆਹ ਵੀ ਕਰਨਾ ਸੀ, ਇਸ ਲਾਸਟ ਈਅਰ ਕਰਨਾ ਸੀ 2022 ਦੇ ਵਿੱਚ, and we were going to have a family। ਤੁਸੀਂ ਉਸ ਟਾਈਮ ਇੰਡੀਆ 'ਚ ਰਹਿੰਦੇ ਸੀ ਜਾਂ ਤੁਸੀਂ ਯੂਐਸ ਤੋਂ ਹੀ ਵਾਪਸ ਆ ਕੇ ਇਸ ਮੂਵੀ ਵਾਸਤੇ ਵਾਪਸ ਆਏ ਸੀ? ਸੋ ਪਹਿਲਾਂ 2017 ਦੇ ਵਿੱਚ ਮੈਂ ਯੂਐਸ ਰਹਿੰਦੀ ਸੀ। ਓਕੇ। ਕਦੋਂ ਮੈਂ ਫਿਲਮ ਦੀ ਸ਼ੂਟਿੰਗ ਦੇ ਬਾਅਦ ਮੈਂ 2018 ਦੇ ਵਿੱਚ ਸੈਟਲ ਹੋ ਗਈ ਸੀ ਦੀਪ ਦੇ ਨਾਲ ਬੰਬੇ। ਓਕੇ। ਹਾਂਜੀ, ਐਂਡ ਉਸ ਤੋਂ ਬਾਅਦ ਅਸੀਂ ਸਿੰਸ ਦ ਡੇ ਹੀ ਹੈਜ਼ ਲੈਫਟ ਦਿਸ ਵਰਲਡ ਮੈਂ ਉਹਦੇ ਨਾਲ ਸੀ। ਇੱਧਰ ਉੱਧਰ ਮੈਂ ਵਾਪਸ ਯੂਐਸ ਜਾਂਦੀ ਸੀ ਬਿਕਾਜ਼ ਮਾਈ ਫੈਮਿਲੀ ਇਜ਼ ਬੈਕ ਹੋਮ। ਓਕੇ। ਦੀਪ ਸਿੱਧੂ 'ਚ ਕਿਹੜੀ ਗੱਲ ਸੀ ਜਿਹੜੀ ਤੁਹਾਨੂੰ ਇੰਨੀ ਖਿੱਚ ਪਈ ਕਿ ਤੁਸੀਂ ਰਿਲੇਸ਼ਨ ਦੇ ਵਿੱਚ ਆ ਗਏ? ਕਦੋਂ ਮੈਂ ਦੀਪ ਦੇ ਨਾਲ ਸਪੈਂਡ ਕੀਤਾ ਟਾਈਮ, ਅਸੀਂ ਦੋਨੇ ਸਪਿਰਿਚੁਅਲੀ ਬਹੁਤ ਕਨੈਕਸ਼ਨ ਸੀ। ਓਕੇ। ਉਹ ਚੀਜ਼ ਮੈਨੂੰ ਬਹੁਤ ਖਿੱਚਦੀ ਸੀ। ਦੀਪ ਆਲਸੋ ਉਹਨੂੰ ਬਹੁਤ ਇਹ ਪਸੰਦ ਸੀ ਕਿ ਰੀਨਾ ਵੈਰੀ ਸਪਿਰਿਚੁਅਲ ਆ, ਐਂਡ ਵੈਰੀ ਪਿਓਰਿਟੀ, ਵੈਰੀ ਲਵਿੰਗ, ਕੇਅਰਿੰਗ, ਨਰਚਰਿੰਗ। ਉਸ ਚੀਜ਼ ਉਹਨੂੰ ਬਹੁਤ ਜ਼ਿਆਦਾ ਪਸੰਦ ਸੀ ਬਿਕਾਜ਼ ਇਹ ਚੀਜ਼ਾਂ ਉਹਨੂੰ ਪਹਿਲਾਂ ਨਹੀਂ ਮਿਲੀਆਂ, ਐਂਡ ਫੈਮਿਲੀ ਤੋਂ ਨਹੀਂ ਮਿਲੀਆਂ, ਪਿਆਰ ਸਪੈਸ਼ਲੀ। ਉਹਨੇ ਪਹਿਲੋਂ ਇੰਟਰਵਿਊ ਦੇ ਵਿੱਚ ਵੀ ਕਿਹਾ ਯੂ ਨੋ ਕਾਫੀ ਇਹ ਚੀਜ਼ਾਂ ਦੇ ਬਾਰੇ। ਸੋ ਉਸ ਚੀਜ਼ ਦੀਪ ਰੀਅਲੀ ਵਾਸ ਯੂ ਨੋ ਅਟਰੈਕਟਿਡ ਟੂ। ਤੁਸੀਂ ਕਹਿ ਰਹੇ ਕਿ ਉਹਨਾਂ ਨੂੰ ਪਹਿਲਾਂ ਇਮੋਸ਼ਨਲ ਸਪੋਰਟ ਔਰ ਪਿਆਰ ਨਹੀਂ ਮਿਲਿਆ, ਉਹਨਾਂ ਦੀ ਫੈਮਿਲੀ ਸੀ, ਉਹ ਮੈਰਿਡ ਸੀਗੇ, ਤੁਹਾਨੂੰ ਪਤਾ ਸੀ ਇਸ ਗੱਲ ਦਾ, ਉਹਨਾਂ ਦੀ ਪਹਿਲੀ ਵਾਈਫ ਦਾ ਬਾਰੇ? ਹਾਂਜੀ ਹਾਂਜੀ, ਮੈਨੂੰ ਪਹਿਲੋਂ ਦਿਨ ਤੋਂ ਪਤਾ ਸੀ। ਉਹਨਾਂ ਦੀ ਬੇਟੀ ਵੀ ਹੈ ਵੀ ਪਤਾ ਸੀ? ਹਾਂਜੀ, ਉਹਦੇ ਬਾਰੇ ਵੀ ਮੈਨੂੰ ਪਤਾ ਸੀ। ਬਾਵਜੂਦ ਇਸ ਦੇ ਤੁਸੀਂ ਰਿਲੇਸ਼ਨ ਚ ਆਏ? ਹਾਂਜੀ, ਬਾਵਜੂਦ ਇਸ ਦੇ ਤੁਸੀਂ ਰਿਲੇਸ਼ਨ ਚ ਆਏ, ਸਭ ਕੁਝ ਪਤਾ ਹੋਣ ਦੇ ਬਾਰੇ? ਉਹਨਾਂ ਦਾ ਪਹਿਲਾਂ ਸਾਰਾ ਸੈਟਲ ਹੋ ਚੁੱਕਾ ਸੀ ਪਹਿਲੇ ਰਿਲੇਸ਼ਨਸ਼ਿਪ ਦਾ? ਉਸ ਚੀਜ਼ ਦੇ ਵਿੱਚ ਉਹਨਾਂ ਦੀ ਸੈਟਲਮੈਂਟ ਹੁੰਦੀ ਸੀ ਕਾਫੀ। ਇੱਥੇ ਥੋੜਾ ਡਿਫਰੈਂਟ ਆ, ਡਿਵੋਰਸ ਦੇ ਪੇਪਰ ਉਹ ਇੱਧਰ ਉੱਧਰ ਕਾਫੀ ਡਿਫਿਕਲਟੀ ਸੀ ਬਿਕਾਜ਼ ਪ੍ਰੋਪਰਟੀ ਕਰਕੇ। ਓਕੇ। ਐਂਡ ਓਨੈਸਟਲੀ ਉਹ ਚੀਜ਼ ਦੀਪ ਨੂੰ ਕਾਫੀ ਪ੍ਰੋਪਰਟੀ ਤੇ ਪੈਸੇ ਦੇਣੇ ਪਏ ਸੀ ਟੂ ਹੈਵ ਅ ਮਿਊਚੁਅਲ ਅਗਰੀਮੈਂਟ ਕਿ ਹੁਣ ਤੂੰ ਆਪਣੀ ਲਾਈਫ ਜੀ ਤਾਂ ਹੁਣ ਮੈਂ ਯੂ ਨੋ ਆਈ ਆਲਰੇਡੀ ਮੂਵਡ ਔਨ ਇਨ ਮਾਈ ਲਾਈਫ। ਉਹਨਾਂ ਦੀ ਆਪਸ ਵਿੱਚ ਸੈਪਰੇਸ਼ਨ 2011 ਵਿੱਚ ਆਲਰੇਡੀ ਹੋ ਹਟੀ ਸੀ, ਐਂਡ ਉਸਕੇ ਬਾਅਦ ਆਲਰੇਡੀ ਦੀਪ ਆਲਰੇਡੀ ਹੈਡ ਮੂਵਡ ਔਨ ਇਨ ਲਾਈਫ। 2017 ਦੇ ਵਿੱਚ ਉਹ ਮੈਨੂੰ ਮਿਲਿਆ। ਤੁਹਾਡੀ ਫੈਮਿਲੀ ਨੇ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਸੀ ਕਿ ਦੀਪ ਪਹਿਲਾਂ ਮੈਰਿਡ ਸੀ, ਉਹਨਾਂ ਦੀ ਬੇਟੀ ਸੀ? ਨਹੀਂ, ਬਿਲਕੁਲ ਨਹੀਂ। ਇਹ ਚੀਜ਼ਾਂ ਵੈਰੀ ਕਾਮਨ ਆ, ਯੂ ਨੋ ਇਨ ਸਟੇਟਸ ਦੇ ਵਿੱਚ ਦਿਸ ਇਜ਼ ਵੈਰੀ ਇਟਸ ਦ ਕਾਮਨ, ਐਂਡ ਇੱਥੇ ਵੀ ਬਸ ਇਹ ਚੀਜ਼ ਤੇ ਨਹੀਂ ਗੱਲ ਕਰਦੇ ਇੰਡੀਆ ਦੇ ਵਿੱਚ, ਯੂ ਨੋ ਉਹ ਮੇਬੀ ਨਾਓ ਇਟ ਇਜ਼, ਬਟ ਨਹੀਂ ਕੋਈ ਨਹੀਂ ਪ੍ਰੋਬਲਮ ਸੀ ਬਿਕਾਜ਼ ਸਾਨੂੰ ਪਤਾ ਸੀ ਕਿੱਥੇ ਅਸੀਂ ਖੜੇ ਹਾਂ ਦੋਨੇ। ਤੁਹਾਡੇ ਚ ਏਜ ਡਿਫਰੈਂਸ ਕਿੰਨਾ ਸੀ? ਹੈਗਾ ਸੀ ਕਾਫੀ, ਆਈ ਥਿੰਕ 10 ਇਅਰਸ ਦੇ ਅਬਵ। 10 ਇਅਰਸ ਦਾ, ਬਟ ਫਿਰ ਵੀ ਅੰਡਰਸਟੈਂਡਿੰਗ ਪੂਰੀ ਸੀ? ਹਾਂ ਬਿਲਕੁਲ, ਪਿਆਰ ਆਲਰਾਈਟ, ਉਹ ਪਿਆਰ ਤਾਂ ਫੇ ਯੂ ਕੈਨ ਏਜ ਡਸਨਟ ਮੈਟਰ। ਯਾ। ਉਹਨਾਂ ਦੀ ਫੈਮਿਲੀ ਨਾਲ ਤੁਹਾਡਾ ਕਿਹੋ ਜਿਹਾ ਰਿਲੇਸ਼ਨ ਸੀਗਾ? ਉਹਨਾਂ ਦੇ ਮਦਰ ਦੇ ਨਾਲ, ਉਹਨਾਂ ਦੇ ਬ੍ਰਦਰ ਮਨਦੀਪ ਦੇ ਨਾਲ ਤੁਸੀਂ ਘਰੇ ਜਾਂਦੇ ਸੀ? ਕਿਹੋ ਜਿਹਾ ਤੁਹਾਡਾ ਰਿਲੇਸ਼ਨ ਸੀ ਉਹਨਾਂ ਦੇ ਨਾਲ? ਹਾਂਜੀ, ਮਾਤਾ ਨੂੰ ਮੈਂ ਮਿਲੀ ਆ, ਮਨਦੀਪ ਨੂੰ ਵੀ ਮਿਲੀ ਆ, ਦਾਦੀ ਜੀ ਨੂੰ ਵੀ ਮਿਲੀ ਆ ਉੱਥੇ, ਕਾਫੀ ਉੱਥੇ ਯੂ ਨੋ ਕਿਤੇ ਜਾਂਦੇ ਹੁੰਦੇ ਸੀ, ਉਹਨਾਂ ਨੂੰ ਮੈਂ ਮਿਲੀ ਆ। ਉਹਨਾਂ ਨੂੰ ਪਤਾ ਕਿ ਰੀਨਾ ਯੂ ਨੋ ਸ਼ੀ ਇਜ਼ ਗੋਇੰਗ ਟੂ ਬੀ ਦ ਡਾਟਰ ਇਨ ਲਾ ਆਫ ਆਵਰ ਹੋਮ, ਐਂਡ ਮਨਦੀਪ ਦੇ ਨਾਲ ਕਿੰਨਾ ਦੀਪ ਰੱਖਦਾ ਸੀ ਉਨਾ ਹੀ ਮੈਂ ਉੱਥੇ ਸੀ। ਘਰੇ ਵੀ ਮੈਂ ਆਉਂਦੀ। ਦੀਪ ਕਿੰਨਾ ਕੁ ਰੱਖਦਾ ਸੀ? ਜਿਵੇਂ ਭਰਾਵਾਂ ਦੀ ਪ੍ਰੋਪਰ ਬੌਂਡਿੰਗ ਹੁੰਦੀ ਉੱਦਾਂ ਸੀਗੀ? I want to say ਹੁਣ ਮੈਂ ਮੇਰੀ ਫੈਮਿਲੀ ਨੂੰ ਕਰੂੰਗੀ ਫੋਨ, ਬ੍ਰਦਰ ਸਿਸਟਰ, ਲਾਈਕ ਯੂ ਨੋ ਉਹ
ਉਹ ਪਿਆਰ ਹੁੰਦਾ ਹੈ ਨਾ, ਉਹ ਲਾਈਕ ਗੂੜਾ ਪਿਆਰ ਹੁੰਦਾ ਇਹਨਾਂ ਦੇ ਆਪਸ ਵਿੱਚ। ਆਈ ਵਾਂਟ ਟੂ ਸੇ ਇਟ ਵਾਸ ਯੂ نو ਟੂ ਬ੍ਰਦਰਲੀ ਲਵ। ਸਿਰਫ ਇਹ ਸੀ ਕਿ ਤੂੰ ਮੇਰਾ ਕੰਮ ਕਰ, ਉਹ ਕਰ ਦਿੰਦਾ ਹੁੰਦਾ ਸੀ। ਇਹਨਾਂ ਦੀ ਗੱਲਬਾਤ ਹੁੰਦੀ ਸੀ, ਇਟਸ ਨਾ ਕਿ ਨਹੀਂ ਹੁੰਦੀ ਸੀ। ਓਬਵੀਅਸਲੀ ਮੈਂ ਹਾਲੇ ਵੀ ਯੂ نو ਦੀਪ ਨੂੰ ਮਨਦੀਪ ਨੂੰ ਵੀ ਮੈਂ ਭਰਾ ਸਮਝਦੀ ਹਾਂ, ਯੂ نو ਉਹ ਦੀਪ ਦੀ ਫੈਮਿਲੀ ਸੀ ਐਂਡ ਹੁੰਦੀ ਸੀ, ਅਸੀਂ ਘਰੇ ਵੀ ਹੁੰਦੇ ਸੀ, ਉਹਦੇ ਨਿਆਣੇ ਦੇ ਵੀ ਮੈਂ ਖੇਲਦੀ ਯੂ نو ਉਹਦੇ ਨਿਆਣੇ ਦੇ ਨਾਲ ਵੀ ਇਹ ਸਾਰਾ ਕੁਝ ਪਹਿਲਾਂ ਹੁੰਦਾ ਸੀ, ਕਈ ਸਾਲਾਂ ਤੋਂ ਹੋ ਰਿਹਾ ਸੀਗਾ। ਬਟ ਜਦੋਂ ਐਕਸੀਡੈਂਟ ਹੋਇਆ, ਡੈਥ ਹੋ ਗਈ ਦੀਪ ਦੀ, ਕਿ ਉਹਦੇ ਬਾਅਦ ਤੁਹਾਡਾ ਕੋਈ ਕਨੈਕਸ਼ਨ ਰਿਹਾ ਆਪਸ ਦੇ ਵਿੱਚ ਉਹਨਾਂ ਦੀ ਫੈਮਿਲੀ ਦੇ ਨਾਲ? ਨਹੀਂ, ਮਨਦੀਪ ਦੇ ਨਾਲ ਫੈਮਿਲੀ ਦੇ ਨਾਲ ਕਿਸੇ ਦੇ ਨਾਲ ਨਹੀਂ, ਕਜ਼ਨਸ ਦੇ ਨਾਲ ਉਹ ਸਾਰੇ ਮੈਨੂੰ ਨਹੀਂ ਗੱਲ ਕਰਦੇ। ਤੁਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਕੰਟੈਕਟ ਕੀਤਾ ਉਹਨਾਂ ਦੇ ਮਦਰ ਦੇ ਨਾਲ? ਮਦਰ ਦੇ ਨਾਲ ਨਹੀਂ, ਬਿਕਾਜ਼ ਦੀਪ ਆਲਰੇਡੀ ਉਹਦੇ ਮਦਰ ਨਾਲ ਦੇ ਨਾਲ ਨਹੀਂ ਗੱਲ ਕਰਦਾ ਸੀ। ਸੋ ਇਸ ਥੋੜੀ ਇੱਥੇ ਪਰਸਨਲ ਚੀਜ਼ ਹੋ ਜਾਂਦੀ ਹੈ, ਪਰ ਮੈਂ ਚਾਹੁੰਦੀ ਸੀ ਕਿ ਉਹ ਰਿਲੇਸ਼ਨਸ਼ਿਪ ਯੂ نو ਰਿਲੇਸ਼ਨਸ਼ਿਪ ਬਣਾਵੇ, ਬਿਕਾਜ਼ ਇਹ ਇੰਪੋਰਟੈਂਟ ਹੁੰਦੀ ਹੈ। ਫੈਮਿਲੀ ਇਜ਼ ਵੈਰੀ ਵੈਰੀ ਇੰਪੋਰਟੈਂਟ। ਇੱਦਾਂ ਦਾ ਕੀ ਸੀਗਾ ਕਿ ਦੀਪ ਆਪਣੀ ਫੈਮਿਲੀ ਤੋਂ ਦੂਰ ਸੀਗੇ ਕੁਝ ਹੱਦ ਤੱਕ? ਕਾਫੀ ਟਾਈਮ ਪਹਿਲੋਂ ਦੀਪ ਆਲਰੇਡੀ ਬੰਬੇ ਮੂਵ ਹੋ ਗਿਆ ਸੀ। ਯੂ نو ਹੀ ਗਾਟ ਮੈਰੀਡ ਐਟ ਅ ਵੈਰੀ ਯੰਗ ਏਜ ਐਂਡ ਸੋ ਉਹਨੇ ਪਿੱਛੇ ਨਹੀਂ ਦੇਖਿਆ ਫਿਰ, you know, because already ਜਦੋਂ ਛੋਟਾ ਸੀ, a lot of suffering he has gone through, a lot of trauma he has gone through and ਉਸ ਚੀਜ਼ ਤੇ you know ਦੀਪ ਨੂੰ ਮੈਂ ਇਹੀ ਹਮੇਸ਼ਾ ਕਹਿੰਦੀ ਹੁੰਦੀ ਸੀ ਕਿ ਤੂੰ ਰਿਲੇਸ਼ਨਸ਼ਿਪ ਰੱਖ ਫੈਮਿਲੀ ਦੇ ਨਾਲ, because even though ਠੀਕ ਆ ਸਟੈਪ ਮਦਰ ਆ, ਪਰ ਉਹ ਫਿਰ ਵੀ ਮਾਂ ਆ, ਰਾਈਟ? ਪਰ ਨਹੀਂ ਮੰਨਦਾ ਸੀ। ਮੈਂ ਕਿੰਨਾ ਕੋਸ਼ਿਸ਼ ਕਰਦੀ ਸੀ, I tried ਮੇਰੀ you know ਉਹ ਸਮਝ ਕੇ ਕਿ ਮੇਰੀ ਫੈਮਿਲੀ ਸੀ, ਉਹ ਉਹਦੀ ਫੈਮਿਲੀ ਆ, ਉਹਦੀ ਮੇਰੀ ਮਾਤਾ ਉਹਦੀ ਮਾਤਾ ਵਾ। ਸੋ you know ਮੈਂ ਇਸ ਚੀਜ਼ ਤੇ ਬਹੁਤ ਇਮੋਸ਼ਨਲ ਆ ਕੇ ਉਹ ਹਾਲੇ ਮੇਰੇ ਨਾਲ ਨਹੀਂ ਗੱਲ ਕਰਦੇ। ਇਹਨਾਂ ਨੂੰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਰਿਲੇਸ਼ਨ ਕਾਫੀ ਅੱਛਾ ਹੋਵੇ ਉਹਨਾਂ ਦੇ ਨਾਲ? ਯਾ ਬਿਲਕੁਲ। ਮੈਂ ਦੀਪ ਦੀ ਵਾਈਫ ਹੋਣ ਲੱਗੀ ਸੀ, ਸੋ ਇਸ ਚੀਜ਼ you know ਇਹ ਛੋਟੀ ਨਹੀਂ। ਅੱਛਾ, ਇਸ ਗੱਲ ਨੂੰ ਲੈ ਕੇ ਉਹਨਾਂ ਦੀ ਫੈਮਿਲੀ ਰੈਡੀ ਸੀ? ਜੇ ਤੁਸੀਂ ਕਹਿ ਰਹੇ ਕਿ ਰਿਲੇਸ਼ਨ ਜ਼ਿਆਦਾ ਅੱਛੇ ਨਹੀਂ ਸੀਗੇ, ਇੱਕ ਹੱਦ ਤੱਕ ਹੀ ਮਤਲਬ ਕੰਮ ਦੇ ਵਾਸਤੇ ਦੂਜੇ ਨੂੰ ਕਹਿੰਦੇ ਸੀ ਬਸ, ਤਾਂ ਕੀ ਤੁਹਾਡੇ ਵਿਆਹ ਦੇ ਵਾਸਤੇ ਉਹਨਾਂ ਦੀ ਫੈਮਿਲੀ ਪੂਰੀ ਤਰੀਕੇ ਨਾਲ ਰੈਡੀ ਸੀ, ਤੁਹਾਨੂੰ ਅਸੈਪਟ ਕਰਦੇ ਸੀ? ਬਿਲਕੁਲ, ਕਿੰਨਾ ਮੈਨੂੰ ਪਤਾ ਐਕਸੈਪਟ ਕੀਤਾ, ਬਿਕਾਜ਼ ਆਬਵੀਅਸਲੀ ਮੈਂ ਘਰੇ ਆਉਂਦੀ ਸੀ, ਜਾਂ ਉਹਨਾਂ ਕੋਲ ਪ੍ਰੋਬਲਮ ਸੀ ਫਿਰ ਉਹਨਾਂ ਨੇ ਦੀਪ ਦੇ ਨਾਲ ਗੱਲ ਕਰ ਲੈਣੀ ਸੀ। ਮੇਬੀ ਦੀਪ you know he is a very strong personality, so I mean ਉਹ ਵੀ ਨਹੀਂ ਆਣਾ, ਰਾਈਟ? ਤੁਹਾਡੀ ਫੈਮਿਲੀ ਲੈਵਲ ਤੇ ਕੋਈ ਸੈਰੇਮਨੀ ਹੋ ਰੱਖੀ ਸੀ, ਕੋਈ ਰੋਕਾ, ਕੋਈ ਸ਼ਗਨ ਇਹੋ ਜਿਹਾ? ਯਾ ਉਹ ਤਾਂ ਹੋ ਗਿਆ ਸੀ। ਇੰਡੀਆ 'ਚ ਹੋਇਆ ਸੀ, ਯੂਐਸ 'ਚ ਹੋਇਆ ਸੀ? ਯੂਐਸ ਦੇ ਵਿੱਚ ਹੋ ਗਿਆ ਸੀ। ਮਾਈ ਕਲੋਜ਼ ਫੈਮਿਲੀ ਵਾਸ देयर। ਉਹਨੇ ਹੁਣ ਆ ਕੇ ਮੇਰਾ ਹੱਥ ਪੁੱਛਣੇ ਸੀ ਮੇਰੇ ਫਾਦਰ ਤੋਂ, you know for our marriage and ਇਸ ਚੀਜ਼ a lot of people ਨਹੀਂ ਜਾਣਦੇ, because we didn't put it too public, ਹੈ ਨਾ? because ਕਾਫੀ I'm on you know on acting and he's doing what he's doing, so ਅਸੀਂ ਕਿ ਜਦੋਂ ਵਿਆਹ ਹੋਗਾ then we will announce it। ਫਿਊਚਰ ਪਲਾਨ ਕੀ ਸੀ? ਇੰਡੀਆ 'ਚ ਸੈਟਲ ਹੋਣਾ ਸੀ, ਐਕਟਿੰਗ 'ਚ ਕਰੀਅਰ ਬਣਾਉਣਾ ਸੀਗਾ, ਜਾਂ ਪੋਲਿਟਿਕਸ 'ਚ ਜਾਣਾ ਸੀਗਾ? ਕੀ ਸੀ ਦੋਨਾਂ ਦਾ ਫਿਊਚਰ ਪਲਾਨ ਕੀ ਸੀਗਾ? ਸੋ ਦੀਪ ਆਬਵੀਅਸਲੀ ਪੰਜਾਬ ਲਈ ਖਰਾ ਸੀ, ਉਹਦੇ ਲਈ ਤਾਂ ਬਹੁਤ ਵੱਡੀ ਚੀਜ਼ ਸੀ। ਵੈਰੀ ਪਿਆਰ ਦੇ ਨਾਲ ਉਹ ਪੰਜਾਬ ਨੂੰ ਗੁਲਾਮ ਬਣਾਉਣਾ ਸੀ ਫਿਰ। ਸੋ ਉਹ ਥੋੜਾ ਐਕਟਿਵਿਜ਼ਮ ਸਾਈਡ ਤੇ ਚੱਲ ਗਿਆ ਸੀ, ਯੂ نو ਆਬਵੀਅਸਲੀ ਤੁਸੀਂ ਸਪੋਰਟ ਕਰਦੇ ਸੀ ਉਹਨਾਂ ਨੂੰ ਇਸ ਬਾਰੇ? ਯੈਸ, ਬਿਲਕੁਲ। ਕਦੋਂ ਮੈਨੂੰ ਪਤਾ ਲੱਗ ਗਿਆ ਕਿ ਇੱਧਰ ਉਹਨੂੰ ਸਪੈਸ਼ਲੀ ਕਦੋਂ ਗਦਾਰ ਸਾਰਿਆਂ ਨੇ ਕਿਹਾ, ਫਿਰ ਮੈਂ ਉੱਥੇ ਖੜੀ ਸੀ, ਮੈਂ ਕਿਹਾ ਦੀਪ ਯੂ نو ਇਹ ਨਹੀਂ, ਮੈਨੂੰ ਪਤਾ ਤੂੰ ਕਿੰਨਾ ਸਫਰਿੰਗ ਕੀਤਾ, ਕਿੰਨਾ ਤੂੰ ਛੱਡਿਆ ਪੰਜਾਬ ਲਈ, ਲੋਕਾਂ ਲਈ, ਸੰਗਤ ਲਈ, ਸੋ ਯੂ نو ਮੈਂ ਖੜੀ ਆ ਤੇਰੇ ਨਾਲ। ਤੇ ਉਹਨੂੰ ਇਹੀ ਚਾਹੀਦਾ ਸੀ ਕਿ ਵੀਨਾ ਮੇਰੇ ਨਾਲ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਬਿਕਾਜ਼ ਜਦੋਂ ਸਾਥੀ ਨਾਲ ਹੁੰਦਾ ਤੇ ਇੰਨਾ ਸਪੋਰਟ ਹੁੰਦੀ ਤੇ ਤੁਸੀਂ ਤਾਂ ਦੁਨੀਆ ਜਿੱਤ ਸਕਦੇ ਆ ਇਸ ਚੀਜ਼ ਤੇ, ਯੂ نو ਇੰਨਾ ਪਿਆਰ। ਇਸ ਬਾਰੇ ਵੀ ਗੱਲ ਕਰਾਂਗੇ, ਪਰ ਪਹਿਲਾਂ ਜੋ ਤੁਸੀਂ ਦਾਅਵਾ ਕਰ ਰਹੇ ਹੋ, ਜੋ ਹੁਣ ਤੱਕ ਕਿਹਾ ਗਿਆ ਕਿ ਬਰਸੀ ਮਨਾਈ ਗਈ, ਯਾਦਗਾਰ ਬਣਾਈ ਜਾ ਰਹੀ ਹੈ, ਸ਼ਹੀਦ ਕਿਹਾ ਜਾ ਰਿਹਾ ਉਹਨਾਂ ਦੇ ਸਪੋਰਟਰਸ ਦੇ ਵੱਲੋਂ, ਜੋ ਉਹਨਾਂ ਨੇ ਜਥੇਬੰਦੀ ਬਣਾਈ ਉਹਨੂੰ ਅੰਮ੍ਰਿਤਪਾਲ ਸਿੰਘ ਲੀਡ ਕਰ ਰਹੇ ਆ, ਹਨਾ? ਤੁਸੀਂ ਕਹਿ ਰਹੇ ਹੋ ਕਿ ਉਹ ਸ਼ਹੀਦ ਨਹੀਂ ਸੀ, ਉਹਨਾਂ ਦਾ ਐਕਸੀਡੈਂਟ ਹੋਇਆ, ਮਹਿਜ਼ ਹਾਦਸਾ ਸੀ। ਉਹ ਪੂਰਾ ਜੋ ਸੀਨ ਹੋਇਆ ਇੱਕ ਵਾਰ ਉਹ ਦੱਸ ਦਿਓ ਸ਼ਾਰਟ ਦੇ ਵਿੱਚ। ਹਾਂਜੀ, ਸੋ ਹੁਣ ਸ਼ਹੀਦ ਦਾ ਟਾਪਿਕ ਕਾਫੀ ਯੂ نو ਵਾਇਰਲ ਹੋਇਆ ਵਾ। ਸੋ ਤੁਸੀਂ ਮੈਨੂੰ ਇੱਕ ਐਕਸਪਲੇਨੇਸ਼ਨ ਯੂ نو ਸੰਗਤ ਨੂੰ ਮੈਂ ਵੀ ਪੁੱਛਦੀ ਹਾਂ ਕਿ ਸ਼ਹੀਦ ਦਾ ਮਤਲਬ ਕੀ ਆ। ਸੋ ਠੀਕ ਆ, ਦੀਪ ਸਾਡਾ ਯੋਧੀ ਕੌਮੀ ਸੀ, ਰਾਈਟ? ਆਈ ਡੋਂਟ ਬਿਲੀਵ ਕਿ ਸ਼ਹੀਦ ਉਹ ਉੱਚੀ ਤਰ੍ਹਾਂ ਟਾਈਟਲ ਬਣ ਜਾਂਦਾ। ਇਹ ਤਾਂ ਹੁਣ ਸਾਡੇ ਗੁਰੂਆਂ ਦੇ ਯੂ نو ਟਾਈਟਲ ਹੋਏ ਹੋ ਆ। ਹੁਣ ਤੁਸੀਂ 5ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੇ ਨਹੀਂ ਸ਼ਹੀਦ ਸੀ, ਬਿਕਾਜ਼ ਆਫ the way he was attacked, and ਉਸ ਚੀਜ਼ ਤੇ ਕੋਈ ਆਪਸ਼ਨ ਨਹੀਂ ਸੀ, ਜਦ he didn't have a choice। ਹੁਣ ਦੀਪ ਤੇ ਹੁਣ ਤੁਸੀਂ ਦੇਖੋ, ਠੀਕ ਆ ਉਹ ਹੱਕਾਂ ਲਈ ਲੜਾਈ ਪੰਥ ਲਈ ਖੜਾ ਸੀ, ਯੂ نو ਸਿੱਖਾਂ ਦੇ, ਪਰ
ਇਹ ਚੀਜ਼ ਮੈਨੂੰ ਵੀ ਪਤਾ ਕਿ ਦੀਪ ਨਹੀਂ ਚਾਹੁੰਦਾ ਸੀ ਹੀ ਇਜ਼ ਲਾਈਕ ਆਈ ਐਮ ਅ ਵੈਰੀ ਨਾਰਮਲ ਹਿਊਮਨ ਬੀਇੰਗ ਅਸੀਂ ਨਾਰਮਲ ਆ ਹੁਣ ਤੁਸੀਂ ਸੰਗਤ ਨੂੰ ਪੁੱਛੋਗੇ ਹੁਣ ਕੱਲ ਨੂੰ ਮੇਰੀ ਡੈਥ ਹੋਵੇ ਮੈਂ ਪੰਥ ਲੈ ਖੜੀ ਹੈ ਕਿੱਦਾਂ ਦੀਪ ਖਰਾ ਸੀ ਕੀ ਕਰਦਾ ਸੀ ਹਨਾ ਤੁਸੀਂ ਕੱਲ ਨੂੰ ਮੈਨੂੰ ਕਹਿ ਦੋ ਕਿ ਹਾਂ ਇਹ ਤਾਂ ਬਹੁਤ ਉੱਚੀ ਗੱਲ ਹੋ ਜਾਂਦੀ ਹੈ ਇਹ ਚੀਜ਼ ਇਵਨ ਜੇ ਕੋਈ ਕਿਸੇ ਹੋਰ ਦੀ ਤੁਹਾਨੂੰ ਲੱਗਦਾ ਕਿ ਇਦਾਂ ਨਹੀਂ ਹੋਣਾ ਚਾਹੀਦਾ ਨਾਰਮਲ ਹਾਦਸਾ ਸੀ ਉਹਦੇ ਚ ਡੈਥ ਹੋਈ ਆ ਤੇ ਇਹ ਸ਼ਹੀਦ ਉਹਨਾਂ ਦੇ ਨਾਮ ਨਾਲ ਨਹੀਂ ਲਗਾਉਣਾ ਚਾਹੀਦਾ ਕਾਫੀ ਠੀਕ ਆ ਮੈਂ ਇਹ ਵੀ ਨਹੀਂ ਕਹਿੰਦੀ ਕਿ ਕਿਹਨਾਂ ਨੂੰ ਮੇ ਵੀ ਲੱਗਦਾ ਕਿ ਹਾਂ ਉਹਨੇ ਆਪਣੀ ਲਾਈਫ ਦਿੱਤੀ ਆ ਪਰ ਇਹ ਵੀ ਯਾਦ ਰੱਖੋ ਕਿ ਐਕਸੀਡੈਂਟ ਸੀ ਮੈਂ ਵੀ ਬਹੁਤ ਰਿਸਪੈਕਟ ਕਰਦੀ ਸ਼ਹੀਦ ਦਾ ਟਾਈਟਲ ਜਾਂ ਮੈਂ ਦੀਪ ਦੇ ਕੋਲ ਰੱਖ ਸਕਦੀ ਇਟਸ ਅ ਵੈਰੀ ਬਿਊਟੀਫੁਲ ਥਿੰਗ ਪਰ ਮੈਂ ਇੰਨਾ ਪਿਆਰ ਕਰਦੀ ਦੀਪ ਨੂੰ ਕਿ ਇਸ ਚੀਜ਼ ਤੇ ਮੈਂ ਨਹੀਂ ਝੂਠ ਬੋਲ ਸਕਦੀ ਐਕਸੀਡੈਂਟ ਕਿੱਦਾਂ ਹੋਇਆ ਸੀ ਐਕਸੀਡੈਂਟ ਸੋ ਸਾਰਿਆਂ ਨੂੰ ਪਤਾ ਮੈਂ ਆਬਵੀਅਸਲੀ ਇੱਥੇ ਆਈ ਸੀ 13 ਤਰੀਕ ਨੂੰ 14 ਨੂੰ ਅਸੀਂ ਵੈਲੈਂਟਾਈਨਸ ਡੇ ਸੈਲੀਬ੍ਰੇਟ ਕੀਤਾ 15 ਤਰੀਕ ਨੂੰ ਅਸੀਂ ਤੁਰ ਪਏ ਪੰਜਾਬ ਨੂੰ ਐਜ਼ ਵੀਰ ਗੋਇੰਗ ਕਾਫੀ ਕਨਵਰਸੇਸ਼ਨ ਹੋਈਆਂ ਸੀ ਦੀਪ ਦੇ ਨਾਲ ਐਂਡ ਉਦੋਂ ਵੀ ਉਹਨੇ ਮੈਨੂੰ ਕਿਹਾ ਸੀ ਕਿ ਆਈ ਲਵ ਯੂ ਹੁਣ ਤੂੰ ਆਪਣੇ ਕੰਮ ਤੇ ਫੋਕਸ ਕਰ ਬਥੇਰਾ ਸੈਕਰੀਫਾਈਸ ਕਰ ਲਿਆ ਤੁਸੀਂ ਪੰਜਾਬ ਆ ਰਹੇ ਸੀ ਪਾਰਟਿਕੂਲਰ ਕਿਸੇ ਕੰਮ ਦੇ ਵਾਸਤੇ ਆ ਰਹੇ ਸੀ ਜਾਂ ਨਹੀਂ ਮੈਂ ਮੁੜ ਕੇ ਵਾਪਸ ਘਰੇ ਆਉਂਦੀ ਸੀ ਹੁਣ ਅਸੀਂ ਇੱਥੇ ਸੈਟਲ ਹੋ ਗਏ ਸੀ ਇੱਥੇ ਸਾਡਾ ਘਰ ਆ ਬੰਬੇ ਸਾਡਾ ਘਰ ਸੀ ਹੁਣ ਅਸੀਂ ਪੰਜਾਬ ਵੀ ਘਰ ਲਿਆ ਪਰ ਹੁਣ ਤਾਂ ਆਬਵੀਅਸਲੀ ਮੈਨੂੰ ਪਤਾ ਨਹੀਂ ਕਿਹਦੇ ਹੱਥਾਂ 'ਚ ਪਰ ਇੱਥੇ ਵੀ ਅਸੀਂ ਸੈਟਲ ਹੋਣਾ ਸੀ ਬਿਕਾਜ਼ ਅਸੀਂ ਪੰਜਾਬ ਲਈ ਹੁਣ ਕਾਫੀ ਕੰਮ ਕਰਨਾ ਸੀ ਤੇ ਕਾਫੀ ਸੁਪਨੇ ਹੈਗੇ ਸੀ ਦੀਪ ਪੰਜਾਬ ਲਈ ਤੁਸੀਂ ਦਿੱਲੀ ਤੋਂ ਨਿਕਲੇ ਰਸਤੇ ਦੇ ਵਿੱਚ ਜੋ ਤਸਵੀਰ ਸਾਹਮਣੇ ਆਈ ਕਿ ਸਕਾਰਪੀਓ ਦਾ ਬੁਰੀ ਹਾਲਤ ਸੀਗੀ ਦੀਪ ਦੇ ਪੂਰੇ ਇੱਥੋਂ ਬਲੱਡ ਨਿਕਲ ਰਿਹਾ ਸੀਗਾ ਤੁਸੀਂ ਹਸਪੀਟਲ ਸੀਗੇ ਬਟ ਤੁਹਾਨੂੰ ਕੁਝ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਸੀ ਬਾਰ-ਬਾਰ ਇਹੀ ਸਵਾਲ ਉੱਠ ਰਿਹਾ ਕਿ ਜਦੋਂ ਇੰਨਾ ਮੇਜਰ ਜੇਕਰ ਹਾਦਸਾ ਹੁੰਦਾ ਤਾਂ ਜਿੰਨੇ ਵੀ ਲੋਕ ਸਵਾਰ ਹੁੰਦੇ ਸਾਰੇ ਕਾਫੀ ਜ਼ਿਆਦਾ ਗੰਭੀਰ ਜ਼ਖਮੀ ਹੁੰਦੇ ਆ ਇੱਕ ਬੰਦੇ ਦੀ ਡੈਥ ਹੋ ਜਾਂਦੀ ਆ ਤੇ ਦੂਸਰੇ ਬੰਦੇ ਦੇ ਕੋਈ ਵਿਜ਼ੀਬਲ ਤੁਹਾਡੇ ਸੱਟਾਂ ਨਹੀਂ ਲੱਗ ਰਹੀਆਂ ਸੀਗੀਆਂ ਜੋ ਤੁਹਾਡੀ ਤਸਵੀਰ ਸਾਹਮਣੇ ਆਈ ਸੀ ਰਾਈਟ ਨਹੀਂ ਮੇਰੇ ਮੂੰਹ ਤੇ ਨਹੀਂ ਸੀ ਕਿਤੇ ਪਰ ਯੈਸ ਮੇਰੀ ਟੂਈ ਤੇ ਹੈਗਾ ਸੀ ਐਂਡ ਦੈਟ ਇਜ਼ ਓਨਲੀ ਬਿਕਾਜ਼ ਕਿੱਦਾਂ ਮੈਂ ਪਈ ਸੀ ਹੁਣ ਉਸ ਚੀਜ਼ ਤੇ ਮੈਂ ਬਚ ਗਈ ਮੈਂ ਇਦਾਂ ਥੱਲੇ ਪਈ ਆ ਹੁਣ ਮੈਂ ਦੀਪ ਨੂੰ ਦੇਖਦੀ ਮੈਂ ਸਾਰੇ ਥੱਲੇ ਹੋ ਕੇ ਹੁਣ ਸੀਟ ਵੀ ਪਿੱਛੇ ਕਰਕੇ ਸ਼ੂ ਵੀ ਲਾ ਕੇ ਮੈਂ ਸਾਰਾ ਮੇਰੇ ਪੈਰ ਵੀ ਦੀਪ ਦੇ ਪੱਟਾਂ 'ਚ ਰੱਖਦੇ ਕਿ ਦੈਟਸ ਹਾਊ ਹੀ ਯੂਜ਼ਡ ਟੂ ਟਰੈਵਲ ਹੁਣ ਕਿੱਦਾਂ ਲਾਈਕ ਹੁਣ ਅਸੀਂ ਬਹੁਤ ਜ਼ਿਆਦਾ ਐਕਸੀਡੈਂਟਸ ਹੁੰਦੇ ਆ ਤੁਸੀਂ ਬਹੁਤ ਜ਼ਿਆਦਾ ਰਿਲੈਕਸ ਹੋ ਕੇ ਬੈਠੇ ਹੋਏ ਸੀਗੇ ਬਿਲਕੁਲ ਮੈਂ ਨੀਵੀਂ ਹੋਈ ਸੀ ਬਿਕਾਜ਼ ਆਈ ਵਾਸ ਵੈਰੀ ਕੰਫਰਟੇਬਲ ਮੈਂ ਉਹ ਸੀਟ ਸਾਰੇ ਪਿੱਛੇ ਹੋ ਕੇ ਤੁਹਾਨੂੰ ਪਤਾ ਹੀ ਆ ਰਾਈਟ ਇਟਸ ਕਾਮਨ ਸੈਂਸ ਚੀਜ਼ ਆ ਐਂਡ ਕਦੋਂ ਐਕਸੀਡੈਂਟ ਹੋਇਆ ਉਦੋਂ ਮੈਂ ਜਾ ਕੇ ਸਲਿਪ ਹੋ ਕੇ ਥੱਲੇ ਡਿੱਗੀ ਪਰ ਉਹ ਬਹੁਤ ਜਦੋਂ ਐਕਸੀਡੈਂਟ ਹੋਇਆ ਬਹੁਤ ਜ਼ਿਆਦਾ ਤੁਹਾਨੂੰ ਝਟਕਾ ਲੱਗਿਆ ਜੋ ਇਹਦੇ ਨਾਲ ਆ ਕੇ ਥੱਲੇ ਡਿੱਗੀ ਤਾਂ ਮੇਰੀ ਬੈਕ ਦੀ 10 ਫ੍ਰੈਕਚਰਸ ਹੈਗੀਆਂ ਹੁਣ ਮੈਂ ਕਿੱਥੇ ਸੰਗਤ ਨੂੰ ਦੱਸੂਗੀ ਕਿ ਕੀ ਦਿਖਾਵਾਂ ਸੰਗਤ ਨੂੰ ਮੈਂ ਸਰੀਰ ਨਹੀਂ ਮੈਂ ਮੈਂ ਰਿਪ ਕਰ ਸਕੀ ਤੇ ਉਹਨੂੰ ਕਿ ਕਿੰਨਾ ਦਰਦ ਆ ਮੇਰੇ ਵਿੱਚ ਜਾਂ ਕਿੰਨਾ ਸੱਚ ਆ ਮੇਰੇ ਵਿੱਚ ਪਰ ਇੰਨਾ ਤਾਂ ਮੈਂ ਕਹਿ ਸਕਦੀ ਕਿ ਉਸ ਟਾਈਮ ਮੈਨੂੰ ਵੀ ਨਹੀਂ ਸੀ ਪਤਾ ਲੱਗਿਆ ਮੈਨੂੰ ਕੀ ਹੋਇਆ ਤੁਸੀਂ ਜਦੋਂ ਦੇਖਿਆ ਜਦੋਂ ਤੁਹਾਨੂੰ ਹਲਕਾ ਜਿਹਾ ਹੋਸ਼ ਆਇਆ ਕਿ ਝਟਕਾ ਲੱਗਾ ਆ ਤੁਹਾਡੀ ਅੱਖ ਖੁੱਲੀ ਹੋਏਗੀ ਜੇਕਰ ਤੁਸੀਂ ਜ਼ਿਆਦਾ ਹੋਸ਼ ਦੇ ਵਿੱਚ ਵੀ ਨਹੀਂ ਸੀਗੇ ਤਾਂ ਪਹਿਲਾਂ ਤੁਸੀਂ ਕੀ ਦੇਖਿਆ ਦੀਪ ਦੀ ਕੀ ਹਾਲਤ ਸੀਗੀ ਹਾਂ ਉਸ ਟਾਈਮ ਕਦੋਂ ਇੰਪੈਕਟ ਐਕਸੀਡੈਂਟ ਹੋ ਗਿਆ ਮੈਂ ਡਿੱਗੀ ਮੈਂ ਸਿਰਫ ਇਹੀ ਸੁਣਿਆ ਸੀ ਦੀਪ ਤੋਂ ਓ ਸ਼ਿਟ ਉਹਦੀ ਲਾਸਟ ਵਰਡਸ ਇਹ ਸੀ ਦੀਪ ਨਾਲ ਕੋਈ ਗੱਲਬਾਤ ਕਰਨ ਦੀ ਹਾਲਤ ਦੇ ਵਿੱਚ ਸੀ ਕੌਣ ਉਹ ਬਿਲਕੁਲ ਉਸ ਸ਼ਿਟ ਦੇ ਬਾਅਦ ਉਹਨੇ ਮੈਨੂੰ ਰਿਸਪੌਂਡ ਨਹੀਂ ਦਿੱਤਾ ਕਿ ਉੱਥੇ ਮੈਂ ਚੀਕਾ ਥੱਲੇ ਮਾਰਦੀ ਕਿ ਦੀਪ ਉੱਠ ਜਾ ਯੂ ਆਰ ਫਾਈਨ ਇਟਸ ਓਕੇ ਮੈਂ ਉਹਨੂੰ ਆਈ ਵਾਸ ਲਾਈਕ ਇਟਸ ਓਕੇ ਮੈਂ ਇੱਥੇ ਹੈਗੀ ਆ ਤੂੰ ਉੱਠ ਤੁਹਾਨੂੰ ਗੱਡੀ ਚੋਂ ਕਿਹਨੇ ਕੱਢਿਆ ਇੱਕ ਬਾਈਸਟੈਂਡਰ ਸੀ ਉਹਨੇ ਮੈਨੂੰ ਕੱਢਤਾ ਸੀ ਦੀਪ ਨੂੰ ਵੀ ਉਹਨਾਂ ਨੇ ਕੱਢਿਆ ਹਾਂਜੀ ਬਹੁਤ ਜ਼ਿਆਦਾ ਲੋਕ ਸੀ ਉਸ ਟਾਈਮ ਇਸ ਨਾਲ ਕਿ 2-3 ਲੋਕ ਸੀ ਤੇ ਕਾਫੀ ਲੋਕ ਆ ਗਏ ਸੀ ਦੀਪ ਨੂੰ ਕੱਢਣ ਨੂੰ ਬਹੁਤ ਔਖਾ ਸੀ ਦੀਪ ਨੂੰ ਕੱਢਣ ਨੂੰ ਤੁਸੀਂ ਦੇਖਿਆ ਕਿਦਾਂ ਕੱਢਿਆ ਗਿਆ ਉਦੋਂ ਤੱਕ ਸਾਹ ਚੱਲਦੇ ਪਏ ਸੀ ਉਹਨਾਂ ਨੇ ਆਲਰੇਡੀ ਐਂਬੂਲੈਂਸ 'ਚ ਰੱਖਤਾ ਸੀ ਮੈਨੂੰ ਬਿਕਾਜ਼ ਮੇਰੇ ਬਹੁਤ ਜ਼ਿਆਦਾ ਦਰਦ ਹੁੰਦਾ ਸੀ ਸੋ ਉਹਨਾਂ ਨੂੰ ਮੈਂ ਕਿਹਾ ਤੁਸੀਂ ਮੈਨੂੰ ਟੀਕੇ ਲਾ ਦੇ ਕੋਸ਼ਿਸ਼ ਕਰ ਮੇਰੀ ਟੂਈ ਟੁੱਟ ਗਈ ਉਸ ਟਾਈਮ ਇਹ ਨਹੀਂ ਸੀ ਕਿ ਮੇਰੇ ਦਰਦ ਦੇ ਬਾਰੇ ਮੈਂ ਵਰੀ ਸੀ ਮੈਂ ਸਿਰਫ ਦੀਪ ਦੇ ਬਾਰੇ ਫਿਕਰ ਕਰਦੀ ਸੀ ਕਿ ਮੇਰੀ ਜਾਨ ਨਿਕਲ ਜੂਗੀ ਐਂਬੂਲੈਂਸ 'ਚੋਂ ਕਾਫੀ ਟਾਈਮ ਲੱਗਿਆ ਦੀਪ ਨੂੰ ਕੱਢਣ ਨੂੰ ਕਾਫੀ ਲੋਕ ਦੀਪ ਨੂੰ ਲੈ ਕੇ ਆਏ ਸੀ ਐਂਬੂਲੈਂਸ ਦੇ ਵਿੱਚ ਉੱਥੇ ਮੈਂ ਪਈ ਸੀ ਤੁਸੀਂ ਸੇਮ ਐਂਬੂਲੈਂਸ 'ਚ ਹਸਪੀਟਲ ਨਹੀਂ ਲੈ ਜਾਏ ਗਏ ਉਸ ਟਾਈਮ ਨਹੀਂ ਬਿਕਾਜ਼ ਮੈਂ ਨਹੀਂ ਦੀਪ ਨੂੰ ਦੇਖ ਸਕਦੀ ਸੀ ਜਾਂ ਮੈਨੂੰ ਪਤਾ ਲੱਗਿਆ ਇਹਦੀ ਡੈਥ ਹੋ ਗਈ ਮੇਰੇ ਬਹੁਤ ਜ਼ਿਆਦਾ ਔਖਾ ਹੋ ਜਾਣਾ ਸੀ ਉਸ ਟਾਈਮ ਨਾ ਫੈਮਿਲੀ ਆ ਉੱਥੇ ਨਾ ਕੋਈ ਹੈਗਾ ਸਿਰਫ ਦੀਪ ਸੀ ਜਾਂ ਮੈਨੂੰ ਜਦੋਂ ਤੁਸੀਂ ਹਸਪੀਟਲ ਸੀ ਤੁਹਾਡੇ ਕੋਲ ਉਦੋਂ ਕੌਣ ਸੀ ਉਸ ਟਾਈਮ ਤੇ ਸਿਰਫ ਆਫੀਸਰਸ ਫੀਮੇਲ ਆਫੀਸਰਸ ਸੀ ਕਿਹੜੇ ਦੀਪ ਦੇ ਫਰੈਂਡ ਸੀ ਉਹ ਆਏ ਸੀ ਮੇਰੇ ਕੋਲ ਮੈਨੂੰ ਪੁੱਛਦੇ ਸੀ ਹੋਇਆ ਕੀ ਐਂਡ ਦੈਨ ਐਸਐਸਪੀ ਕਿਹੜੇ ਆਫੀਸਰ ਸਟੇਟਮੈਂਟ ਸਾਰਾ ਕੁਝ
ਉਹਨਾਂ ਨੇ ਉਸ ਟਾਈਮ ਤੁਸੀਂ ਦੀਪ ਦੀ ਹਾਲਤ ਦੇਖੀ ਸੀ ਕਿ ਕਿੰਨਾ ਮੇਜਰ ਐਕਸਟੈਂਟ ਸੀਗਾ, ਤੁਹਾਨੂੰ ਲੱਗਦਾ ਸੀ ਕਿ ਉਹ ਰਹੂਗੇ, ਬਚ ਜੂਗੇ ਜਿਹੋ ਜੀ ਹਾਲਤ ਉਹਨਾਂ ਦੀ ਸੀਗੀ? ਯੈਸ, ਮੈਂ ਕਰ ਰਹੀ ਸੀ। ਹਾਂ, ਬਹੁਤ ਜ਼ਿਆਦਾ, ਬਿਕਾਜ਼ ਮੈਂ ਗੁਰੂ ਨੂੰ ਮੈਂ ਬਹੁਤ ਜ਼ਿਆਦਾ ਗੁਰੂ ਨੂੰ ਮੰਨਦੀ ਹਾਂ। ਸੋ ਮੈਂ ਇਸ ਚੀਜ਼ ਨੇ ਨਹੀਂ ਕਦੇ ਸੋਚਿਆ ਕਿ ਮੇਰਾ ਗੁਰੂ ਵੀ ਉਹਨੂੰ ਲੈ ਜਾਊਗਾ। ਇਹ ਚੀਜ਼ ਤੇ ਐਕਸੈਪਟ ਕਰਨਾ ਬਹੁਤ ਔਖਾ ਸੀ ਉਸ ਟਾਈਮ। ਸੋ ਕਦੋਂ ਮੈਂ ਇਵਨ ਦੀਪ ਨੂੰ ਦੇਖਿਆ ਸੀ, ਕਾਫੀ ਖੂਨ ਸੀ ਗੱਡੀ ਦੇ ਵਿੱਚ। ਹੁਣ ਮੈਂ ਹਸਪੀਟਲ ਦੇ ਵਿੱਚ ਸੀ, ਮੈਂ ਨਹੀਂ ਉਹਨੂੰ ਦੇਖਿਆ। ਸਾਰਿਆਂ ਨੇ ਦੱਸਿਆ ਕਿ ਉਹ ਦੂਸਰੇ ਹਸਪੀਟਲ ਦੇ ਵਿੱਚ ਸੀ। ਕਿ ਤੁਹਾਨੂੰ ਯਕੀਨ ਹੋ ਗਿਆ ਕਿ ਹਾਂ, ਇੱਕ ਹੁੰਦਾ ਨਾ ਕਿ ਜਦੋਂ ਸਾਡਾ ਰੂਹ ਦਾ ਰਿਲੇਸ਼ਨ ਕਿਸੇ ਨਾਲ ਹੁੰਦਾ ਹੈ ਨਾ, ਸਾਨੂੰ ਪਤਾ ਲੱਗ ਜਾਂਦਾ ਜੇ ਬੰਦਾ ਤਕਲੀਫ ਦੇ ਵਿੱਚ ਹੋਵੇ। ਤੁਹਾਨੂੰ ਯਕੀਨ ਹੋ ਗਿਆ ਕਿ ਹਾਂ ਉਹ ਠੀਕ ਹੋਊਗੇ? ਇੱਧਰੋਂ ਤਾਂ ਮੇਰਾ ਹਾਰਟ ਡੈਫੀਨਿਟਲੀ ਸਿੰਕ ਹੁੰਦਾ ਸੀ ਕਿ ਮੇਰੀ ਜਾਨ ਨਹੀਂ ਇੱਥੇ, ਮੇਰੀ ਜਾਨ ਨਹੀਂ, ਬਿਕਾਜ਼ ਕੋਈ ਮੈਨੂੰ ਜਵਾਬ ਹੀ ਨਹੀਂ ਸੀ ਮਿਲੀ ਦਿੰਦਾ। ਇਹੀ ਕਿ ਦੀਪ ਠੀਕ ਹੈ, ਤੂੰ ਫਿਕਰ ਨਾ ਕਰ। ਪਰ ਮੇਰੇ ਦਿਲ 'ਚ ਕਹਿੰਦਾ ਕਿ ਦੀਪ ਇਹੀ ਹਸਪੀਟਲ ਦੇ ਵਿੱਚ ਆ, ਕਿ ਤੁਸੀਂ ਮੈਨੂੰ ਦੱਸ ਦਿਓ, ਦਿਖਾ ਦਿਓ ਕਿ ਦੀਪ ਇੱਥੇ ਹੈਗਾ। ਐਂਡ ਯੈਸ, ਪਰ ਕਿੱਥੇ ਮੈਂ ਮਨ ਵੀ ਰੱਖਿਆ ਸੀ ਕਿ ਹਾਂ ਮੇਰਾ ਦੀਪ ਨਹੀਂ ਮੈਨੂੰ ਛੱਡ ਸਕਦਾ। ਸੋ ਉਹ ਹੋਪ ਤੇ ਮੈਂ ਉਹ ਰਾਤ ਕੱਟ ਲਈ। ਐਂਡ ਨੈਕਸਟ ਡੇ ਫਿਰ ਮੈਨੂੰ ਪਤਾ ਲੱਗਿਆ ਦੀਪ ਦੀ ਡੈਥ ਹੋ ਗਈ। ਤੁਸੀਂ ਉਦੋਂ ਤੱਕ ਇੰਡੀਆ ਦੇ ਵਿੱਚ ਹੀ ਸੀਗੇ ਜਾਂ ਤੁਸੀਂ ਯੂਐਸ ਵਾਸਤੇ ਨਿਕਲ ਚੁੱਕੇ ਸੀ, ਤੁਹਾਨੂੰ ਪਤਾ ਲੱਗਾ ਕਿ ਡੈਥ ਹੋ ਗਈ? ਨਹੀਂ, ਮੈਂ ਇੱਥੇ ਹੀ ਸੀ। ਮੈਂ ਦਿੱਲੀ ਦੇ ਵਿੱਚ, ਉਹਨਾਂ ਨੇ ਮੈਨੂੰ ਫੈਮਿਲੀ ਨੂੰ ਭੇਜਤਾ ਸੀ। ਉੱਥੇ ਮੈਨੂੰ ਪਤਾ ਲੱਗਿਆ ਕਿ ਮੇਰੀ ਫੈਮਿਲੀ ਨੇ ਫੋਨ ਕੀਤਾ, ਮੈਨੂੰ ਦੱਸਿਆ ਕਿ ਦੀਪ ਦੀ ਡੈਥ ਹੋ ਗਈ। ਤੁਹਾਡਾ ਮਨ ਨਹੀਂ ਕੀਤਾ ਕਿ ਤੁਸੀਂ ਦੀਪ ਨੂੰ ਆਖਰੀ ਵਾਰ ਦੇਖੋ? ਬਿਲਕੁਲ। ਉਹ ਐਕਚੁਅਲੀ ਬਹੁਤ ਵੱਡੀ ਮਿਸਟੇਕ ਮੈਂ ਬਣਾਈ ਦਿੱਲੀ ਜਾਣ ਨੂੰ, ਕਿ ਉਹਨਾਂ ਦੀ ਮੈਂ ਗੱਲ ਸੁਣੀ। ਕਿ ਅੱਜ ਤੱਕ ਉਸ ਗੱਲ ਦਾ ਪਛਤਾਵਾ ਹੈਗਾ ਕਿ ਜੇ ਮੈਂ ਰੁਕ ਜਾਂਦੀ ਤੇ ਮੈਂ ਆਖਰੀ ਵਾਰ ਉਹਨੂੰ ਦੇਖ ਲੈਂਦੀ ਆਪਣੀਆਂ ਅੱਖਾਂ ਨਾਲ? ਮੈਂ ਉਹਨੂੰ ਜੱਫੀ ਪਾਉਂਗੀ। ਬਹੁਤ ਔਖਾ ਇਹ ਚੀਜ਼ ਮੇਰੇ ਲਈ, ਕਿ ਨਹੀਂ ਮੈਂ ਉਹਨੂੰ ਨਹੀਂ ਦੇਖ ਸਕਦੀ ਸੀ, ਨਹੀਂ ਮੈਂ ਫਿਊਨਰਲ ਤੇ ਵੀ ਨਹੀਂ ਆ ਸਕਦੀ ਸੀ। ਕੀ ਮਜਬੂਰੀ ਸੀਗੀ ਕਿ ਆਪਾਂ ਤੁਸੀਂ ਇਮੋਸ਼ਨਲ ਜ਼ਿਆਦਾ ਹੋ ਰਹੇ ਆ ਨਾ, ਉਹੋ ਜਿਹੀਆਂ ਯਾਦਾਂ ਹੁੰਦੀਆਂ ਆ, ਆਈ ਅੰਡਰਸਟੈਂਡ। ਕੀ ਮਜਬੂਰੀ ਸੀਗੀ ਕਿ ਤੁਸੀਂ ਸੰਸਕਾਰ ਤੇ ਵੀ ਨਹੀਂ ਆ ਸਕੇ, ਬਾਅਦ ਚ ਭੋਗ ਜਿੱਥੇ ਹਰ ਕੋਈ ਪਹੁੰਚਿਆ, ਉਹਨਾਂ ਦਾ ਹਰ ਸਪੋਰਟਰ ਪਹੁੰਚਿਆ, ਉਹਨਾਂ ਨੂੰ ਪਿਆਰ ਕਰਨ ਵਾਲਾ ਪਹੁੰਚਿਆ, ਪਰ ਜੋ ਸਭ ਤੋਂ ਜ਼ਿਆਦਾ ਕਰੀਬ ਸੀ ਤੁਸੀਂ ਉੱਥੇ ਵੀ ਨਹੀਂ ਆਏ? ਹਾਂ, ਇਹਦਾ ਰੀਜ਼ਨਿੰਗ ਹੈਗਾ, ਮਨਦੀਪ ਉਹਨਾਂ ਨੇ ਮੈਨੂੰ ਯੂਐਸ ਭੇਜਤਾ, ਬਿਕਾਜ਼ ਉਸ ਟਾਈਮ ਕਾਫੀ ਡਿਫਰੈਂਟ ਨੈਰੇਟਿਵ ਬਣ ਗਏ ਸੀ। ਦੀਪ ਦਾ ਕਤਲ ਤੂੰ ਕੀਤਾ, ਤੂੰ ਤਾਂ ਉੱਥੇ ਹੈ ਨਹੀਂ ਸੀ, ਜਾਂ ਤੂੰ ਹੈਗੀ ਸੀ, ਤੂੰ ਉਹਨਾਂ ਨੇ ਤੈਨੂੰ ਐਂਬੂਲੈਂਸ 'ਚ ਰੱਖਤਾ, ਕਾਫੀ ਚੀਜ਼ਾਂ ਉਸ ਟਾਈਮ ਨੈਰੇਟਿਵ ਚੱਲੀਆਂ ਸੀ। ਐਂਡ ਗਵਰਨਮੈਂਟ ਵਟਐਵਰ ਕਤਲ ਉਹਨਾਂ ਨੇ ਕੀਤਾ। ਸੋ ਇਹ ਗੱਲਾਂ ਲੋਕ ਕਹਿੰਦੇ ਸੀ ਕਿ ਤੁਹਾਨੂੰ ਮਨਦੀਪ, ਦੀਪ ਦੀ ਫੈਮਿਲੀ ਜਾਂ ਉਹਦੇ ਫਰੈਂਡਸ ਵੀ ਇਹ ਗੱਲ ਕਦੀ ਕਹਿੰਦੇ ਸੀ? ਨਹੀਂ, ਬਿਲਕੁਲ ਨਹੀਂ। ਉਹਨਾਂ ਨੂੰ ਪਤਾ ਸੀ ਕਿ ਐਕਸੀਡੈਂਟ ਹੋਇਆ, ਉਹਨਾਂ ਨੂੰ ਪਤਾ ਕਿ ਇਨਵੈਸਟੀਗੇਸ਼ਨ ਤੋਂ ਬਾਅਦ ਕਿੰਨਾ ਉਹਨਾਂ ਨੇ ਇਨਵੈਸਟੀਗੇਸ਼ਨ ਕੀਤਾ, ਦੀਪ ਦੀ ਸਪੀਡ ਕਾਫੀ ਤੇਜ਼ ਸੀ। So because of that, ਕਿੰਨੀ ਸਪੀਡ ਹੋਏਗੀ? I would say maybe 90 to 100 miles US ਤਾਂ ਮੈਂ ਦੱਸਦੀ ਹਾਂ, 90 miles and above। ਅਕਸਰ ਇੰਨੀ ਤੇਜ਼ ਹੀ ਗੱਡੀ ਚਲਾਉਂਦੇ ਸੀ? ਉਹ ਤਾਂ ਹਮੇਸ਼ਾ ਚਲਾਉਂਦਾ ਸੀ। ਮੈਂ ਝੂਠ ਨਹੀਂ ਬੋਲੂੰਗੀ ਇਹ ਚੀਜ਼ ਤੇ। ਉਹ ਕੋ ਪੋਰਸ਼ ਸੀ, that was him, he used to drive fast, ਇੱਧਰ ਉੱਧਰ ਧਿਆਨ ਉਹਦਾ ਹੋ ਜਾਂਦੇ ਸੀ ਫੋਨ ਦੇ ਵਿੱਚ। ਪਰ I would say he was a good driver। ਇਸ ਨਾਲ ਕਿ ਨਹੀਂ ਸੀ, ਅਸੀਂ ਇੰਨਾ ਘੁੰਮੇ, ਇੰਨਾ ਪੰਜਾਬ ਦੇ ਵਿੱਚ ਸੀ ਲਾਸਟ 4 years, ਇਹ ਚੀਜ਼ ਕਦੇ ਨਹੀਂ ਹੋਈ। ਤੁਹਾਨੂੰ ਯਕੀਨ ਸੀ ਕਿ ਚਾਹੇ ਤੇਜ਼ ਚਲਾਉਂਦੇ ਬਟ ਸੇਫ ਡਰਾਈਵ ਕਰਦੇ ਆ? ਹਾਂ, ਬਿਲਕੁਲ। ਮੇਰੀ ਲਾਈਫ ਉਹਦੇ ਹੱਥਾਂ ਦੇ ਵਿੱਚ ਸੀ। ਸੋ ਮੈਂ ਇਹ ਦਿਨ ਕਦੇ ਨਹੀਂ ਸੀ ਸੋਚਿਆ ਕਿ ਐਕਸੀਡੈਂਟ ਦੇ ਵਿੱਚ ਦੀਪ ਦੀ ਡੈਥ ਹੋ ਸਕਦੀ ਹੈ। ਤੁਹਾਨੂੰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਮਨਦੀਪ ਹੁਣਾਂ ਨੇ ਮਨਾ ਕੀਤਾ ਕਿ ਤੁਸੀਂ ਇੱਥੋਂ ਚਲੇ ਜਾਓ, ਸੰਸਕਾਰ ਤੇ ਵੀ ਨਾ ਆਇਓ, ਭੋਗ ਤੇ ਵੀ ਨਾ ਆਇਓ, ਤੁਸੀਂ ਮੰਨ ਲਿਆ, ਤੁਸੀਂ ਰਾਜ਼ੀ ਸੀਗੇ? ਤੁਹਾਨੂੰ ਲੱਗਦਾ ਸੀ ਕਿ ਤਾਂ ਇੱਥੇ ਆਣਾ ਤੁਹਾਡੇ ਵਾਸਤੇ ਡੇਂਜਰਸ ਹੋ ਸਕਦਾ ਹੈ? ਹਾਂ, ਉਹਨਾਂ ਨੇ ਕਿਹਾ ਸੀ, ਮੇਰੀ ਫੈਮਿਲੀ ਨੂੰ ਵੀ ਕਿਹਾ ਸੀ ਕਿ ਐਕਚੁਅਲੀ ਉਸ ਟਾਈਮ ਜਦੋਂ ਮੈਨੂੰ ਤੋਰਤਾ ਸੀ ਹਸਪੀਟਲ, ਕਿ ਰੀਨਾ ਨਹੀਂ ਆ ਸਕਦੀ, ਨਾ ਉਹਦੀ ਫੈਮਿਲੀ ਆ ਸਕਦੀ ਆ। ਇਹ ਬਾਅਦ ਰੀਨਾ ਦੇ ਪਾਸਪੋਰਟ ਤੁਸੀਂ ਦਿੱਲੀ ਨੂੰ ਹਸਪੀਟਲ ਨੂੰ ਲੈ ਜਾਓ। ਉਸ ਟਾਈਮ ਮੇਰੀ ਫੈਮਿਲੀ ਕਿੱਥੇ ਮੈਨੂੰ ਇਸ ਚੀਜ਼ ਦੱਸ ਸਕਦੀ ਸੀ? ਮੈਂ ਟੁੱਟੀ ਹੋ ਸੀ, ਮੈਂ ਐਕਚੁਅਲੀ ਹੋਰ ਟੁੱਟ ਜਾਣੇ ਸੀ ਜਾਂ ਉਹਨਾਂ ਨੇ ਮੈਨੂੰ ਇਦਾਂ ਕੀਤਾ। ਤੁਹਾਨੂੰ ਇਨਵੈਸਟੀਗੇਸ਼ਨ ਦਾ ਕੋਈ ਖੌਫ ਤਾਂ ਨਹੀਂ ਸੀਗਾ ਕਿ ਤੁਸੀਂ ਇੰਡੀਆ ਆਉਂਗੇ, ਤੁਹਾਨੂੰ ਇਨਵੈਸਟੀਗੇਸ਼ਨ ਦਾ ਤੁਹਾਨੂੰ ਪਾਰਟ ਬਣਨਾ ਪਊਗਾ, ਪਤਾ ਨਹੀਂ ਕੀ ਸਵਾਲ ਤੁਹਾਡੇ ਤੋਂ ਪੁੱਛੇ ਜਾਣਗੇ ਜਦੋਂ ਇਹੋ ਜਿਹੇ ਐਲੀਗੇਸ਼ਨ ਲੋਕ ਤੁਹਾਡੇ ਤੇ ਲਗਾ ਰਹੇ ਸੀ, ਸੋਸ਼ਲ ਮੀਡੀਆ ਤੇ ਲਗਾ ਰਹੇ ਸੀ? ਰਾਈਟ, ਉਹੀ ਤਾਂ ਫੈਮਿਲੀ ਅਵੋਇਡ ਕਰਦੀ ਸੀ, ਬਿਕਾਜ਼ ਆਬਵੀਅਸਲੀ ਸੇਫਟੀ ਲਈ। ਉਹ ਇੰਨੀ ਸੰਗਤ ਦੀਪ ਦੇ ਨਾਲ ਜੁੜੀ ਹੋਈ ਸੀ, ਉਹ ਕਿੱਦਾਂ ਹੋ ਸਕਦਾ ਦੀਪ ਦੇ ਨਾਲ? ਪਰ ਐਕਸੀਡੈਂਟਸ ਹੁੰਦੇ ਆ, ਇਹ ਕੁਝ ਨਾ। ਉਹੀ ਮੈਂ ਪਹਿਲਾਂ ਵੀਡੀਓ ਵੀ ਕਿਹਾ ਕਿ ਗੁਰੂ ਨੇ ਆ ਕੇ ਨਹੀਂ ਪੁੱਛਣਾ, ਕਦੋਂ ਉਹਨੇ ਆਪਣੇ ਸੋਲਜਰਸ ਲੈ ਕੇ ਜਾਣੇ ਹੁੰਦੇ ਆ। ਐਂਡ ਸੋ ਉਸ ਟਾਈਮ
ਇੰਨੀ ਸੰਗਤ ਕਿੱਦਾਂ ਦੀਪ ਤੇ ਕਿੱਦਾਂ ਐਕਸੀਡੈਂਟ ਹੋ ਗਿਆ, ਇਹ ਤਾਂ ਹੋ ਨਹੀਂ ਸਕਦਾ। ਤੁਹਾਡੇ ਤੇ ਇਲਜ਼ਾਮ ਲੱਗੇ ਕਿ Yes. ਤੁਹਾਨੂੰ ਕਿਸੇ ਨੇ ਭੇਜਿਆ, ਸਰਕਾਰਾਂ ਨੇ, ਕਿਸੇ ਏਜੰਸੀ ਦੀ ਤੁਹਾਨੂੰ ਸਪੋਰਟ ਸੀਗੀ, ਇਸ ਲਈ ਤੁਹਾਨੂੰ ਕੁਝ ਨਹੀਂ ਹੋਇਆ ਤੇ ਦੂਜੇ ਬੰਦੇ ਦੀ ਡੈਥ ਹੋ ਗਈ। ਰਾਈਟ ਪਰ ਇਹ ਕਾਫੀ ਐਕਸੀਡੈਂਟਸ ਹੁੰਦੇ ਆ, ਕਿਤੇ ਮੌਤ ਹੀ ਨਹੀਂ ਹੁੰਦੀ ਕਿਸੇ ਦੀ, ਜਾਂ ਕਿਸੇ ਨੂੰ ਸੱਟ ਵੀ ਨਹੀਂ ਲੱਗਦੀ, ਇਵਨ ਦੋ ਇੰਨੀ ਵੱਡੀ ਐਕਸੀਡੈਂਟ ਹੋ ਜਾਂਦਾ। ਉਹਦੀ ਲਿਖੀ ਸੀ, ਹੁਣ ਮੈਂ ਉਸ ਚੀਜ਼ ਤੇ ਕਿੱਦਾਂ ਮੈਂ ਪ੍ਰੂਵ ਕਰ ਸਕਦੀ ਹਾਂ, ਰਾਈਟ। ਹੁਣ ਕਿੰਨਾ ਸਾਨੂੰ ਪਤਾ, ਕਿੰਨਾ ਮਨਦੀਪ ਨੂੰ ਪਤਾ, ਕਿੰਨਾ ਫੈਮਿਲੀ ਨੂੰ ਪਤਾ ਕਿ ਹਾਂ ਉਹਦੀ ਕਾਫੀ ਸਪੀਡ ਸੀ ਤੇ ਉਹ ਐਕਸੀਡੈਂਟ ਸੀ। ਅੱਛਾ, ਇੱਕ ਗੱਲ ਇੱਥੇ ਇਹ ਵੀ ਦੇਖਣ ਵਾਲੀ ਹੈ ਕਿ ਜਦੋਂ ਦੀਪ ਸਿੱਧੂ ਅੰਦੋਲਨ 'ਚ ਸ਼ਾਮਲ ਹੋਏ, ਉਹਨਾਂ ਨੇ ਲਾਲ ਕਿਲੇ ਤੇ ਜਾ ਕੇ ਝੰਡਾ ਤਿਰੰਗਾ ਆਪਣਾ ਮਾਫ ਕਰਨਾ ਨਿਸ਼ਾਨ ਸਾਹਿਬ ਜੋ ਲਗਾ ਦਿੱਤਾ ਉੱਥੇ, ਹਨਾ, ਤੇ ਉਹਦੇ ਬਾਅਦ ਉਹਨਾਂ ਨੂੰ ਅੰਡਰਗਰਾਉਂਡ ਹੋਣਾ ਪਿਆ। ਉਹਨਾਂ ਦਾ ਜੋ ਵੀ ਮੈਸੇਜ ਉਹਨਾਂ ਦੇ ਸਪੋਰਟਰਸ ਤੱਕ ਪਹੁੰਚਾਉਣਾ ਸੀਗਾ ਉਹ ਪੋਸਟ ਹੁੰਦਾ ਸੀਗਾ, ਉਹ ਗੱਲ ਸਾਹਮਣੇ ਆਈ ਕਿ ਤੁਸੀਂ ਪੋਸਟ ਕਰ ਦਿਓ US ਤੋਂ, ਹਨਾ। ਜਦੋਂ ਇੰਨਾ ਮੁਸ਼ਕਿਲ ਵਕਤ ਸੀਗਾ, ਉਹਨਾਂ ਨੂੰ ਲੱਭਿਆ ਜਾ ਰਿਹਾ ਸੀ ਅਰੈਸਟ ਕਰਨ ਦੇ ਵਾਸਤੇ, ਜੇਲ੍ਹ ਉਹਨਾਂ ਨੂੰ ਜਾਣਾ ਪਿਆ, ਉਦੋਂ ਤੁਸੀਂ ਨਾਲ ਖੜੇ ਰਹੇ ਉਹਨਾਂ ਦੇ, ਹਨਾ। ਤੁਸੀਂ US 'ਚ ਬੈ ਕੇ ਉਹਨਾਂ ਦੀ ਹੈਲਪ ਕਰਦੇ ਸੀ ਜੋ ਵੀ ਉਸ ਵੇਲੇ ਪੋਸੀਬਲ ਸੀਗਾ। ਬਟ ਜਦੋਂ ਤੁਸੀਂ ਹੁਣ ਜੋ ਸੱਚ ਦੱਸ ਰਹੇ ਹੋ, ਤੁਸੀਂ ਉਸ ਵਕਤ ਆ ਕੇ ਤੁਹਾਨੂੰ ਦੱਸਣਾ ਨਹੀਂ ਸੀ ਚਾਹੀਦਾ? ਜਦੋਂ ਇੰਨੇ ਮੁਸ਼ਕਿਲ ਵਕਤ 'ਚ ਨਾਲ ਖੜੇ ਰਹੇ ਤਾਂ ਡੈਥ ਦੇ ਬਾਅਦ ਜੋ ਸੱਚਾਈ ਸੀਗੀ ਲੋਕਾਂ ਨੂੰ ਪਤਾ ਨਹੀਂ ਸੀ ਲੱਗਣੀ ਚਾਹੀਦੀ? ਮੈਂ ਇੰਨਾ ਕੋਸ਼ਿਸ਼ ਕੀਤਾ ਸੱਚ ਮਨਦੀਪ ਨੇ ਵੀ ਕਿਹਾ ਸੀ ਕਿ ਹਾਂ ਮੈਂ ਵੀਡੀਓ ਰਿਲੀਜ਼ ਕਰ ਦੂੰਗਾ, ਮੈਂ ਸੱਚ ਦੱਸ ਦੂੰਗਾ, ਤੂੰ ਭੋਗ ਦੇ ਬਾਅਦ ਤੂੰ ਅਸੀਂ ਦੱਸ ਦੂੰਗੇ, ਤੂੰ ਠੀਕ ਆ। ਉਹ ਨਾ ਉਹਨੇ ਵੀਡੀਓ ਪਾਈ, ਨਾ ਉਹਨੇ ਸੱਚ ਦੱਸਿਆ। ਤੁਸੀਂ ਮਨਦੀਪ ਦੀਆਂ ਗੱਲਾਂ ਕਿਉਂ ਮੰਨਦੇ ਸੀ? ਬਿਕਾਜ਼ ਮੈਂ ਸਮਝੀ ਉਹ ਮੇਰੀ ਫੈਮਿਲੀ ਆ, ਹੁਣ ਉਹ ਦੀਪ ਦੀ ਫੈਮਿਲੀ ਆ, ਉਹ ਕਿਉਂ ਇਦਾਂ ਮੇਰੇ ਨਾਲ ਕਰੂਗੇ? ਉਹਨਾਂ ਨੂੰ ਪਤਾ ਸਾਡਾ ਵਿਆਹ ਹੋਣਾ ਸੀ, ਸਾਡਾ ਇੰਨਾ ਲੰਬਾ ਰਿਲੇਸ਼ਨਸ਼ਿਪ ਆਲਮੋਸਟ 5 ਪਰ ਤੁਸੀਂ ਦੱਸ ਰਹੇ ਕਿ ਬਹੁਤ ਜ਼ਿਆਦਾ ਵਧੀਆ ਰਿਲੇਸ਼ਨ ਨਹੀਂ ਸੀਗੇ, ਬਹੁਤ ਜ਼ਿਆਦਾ ਅਟੈਚਡ ਨਹੀਂ ਸੀ ਬ੍ਰਦਰ ਦੇ ਨਾਲ ਬ੍ਰਦਰ। ਹਾਂ ਪਰ ਫੇਰ ਵੀ ਉਹਦੀ ਤਾਂ ਰਿਸਪੌਂਸਿਬਿਲਿਟੀ ਤਾਂ ਹੋਣੀ ਚਾਹੀਦੀ ਆ, ਰਾਈਟ। ਹੁਣ ਉਹਨਾਂ ਨੂੰ ਪਤਾ ਕਿ ਦੀਪ ਦੇ ਨਾਲ ਤਾਂ ਰੀਨਾ ਆ, ਇਹਨਾਂ ਨੂੰ ਇਸ ਨਾ ਕਿ ਕੁਝ ਨਵੀਂ ਚੀਜ਼ ਆ, ਇਹ ਤਾਂ 2017 ਦਸੰਬਰ ਦੇ ਵਿੱਚ ਸ਼ੁਰੂ ਹੋਈ ਆ, ਤਾਂ ਉਸ ਤੱਕ ਉਹਨਾਂ ਨੂੰ ਪਤਾ ਵਾ। ਦਿਨ ਰਾਤ ਤੋਂ ਮੈਨੂੰ ਫੋਨ ਕਰਦੇ ਸੀ ਕਿ ਤੂੰ ਦੀਪ ਜੇਲ੍ਹ ਦੇ ਵਿੱਚ ਸੀ, ਕਿ ਭਾਬੀ ਫੋਨ ਚੱਕ ਲਿਓ, ਰੀਨਾ ਪਲੀਜ਼ ਫੋਨ ਚੱਕ ਲਿਓ ਕਿ ਦੀਪ ਦਾ ਉਹਨਾਂ। ਮੈਂ ਕਿਹਾ ਠੀਕ ਆ, ਮੈਂ ਆਮ ਹੇਅਰ ਐਂਡ ਹੁਣ ਰੀਨਾ ਤਾਂ ਹੁਣ ਏਦਾਂ ਦੀ ਕਿਹੜੀ ਚੀਜ਼ ਹੋਈ ਕਿ ਤੁਸੀਂ ਇੱਕਦਮ, ਤੁਸੀਂ ਪਹਿਲਾਂ ਵੀ ਇੰਡੀਆ ਆਏ ਸੀਗੇ ਪਰ ਤੁਸੀਂ ਏਦਾਂ ਦਾ ਕੁਝ ਦਾਵਾ ਨਹੀਂ ਕੀਤਾ, ਕੋਈ ਜ਼ਿਆਦਾ ਸਟੇਟਮੈਂਟਸ ਨਹੀਂ ਦਿੱਤੀਆਂ, ਤੁਸੀਂ ਦਰਬਾਰ ਸਾਹਿਬ ਆਏ, ਤੁਸੀਂ ਸੰਗਤ ਨੂੰ ਕੁਝ ਥਾਵਾਂ ਦੇ ਉੱਪਰ ਮਿਲੇ, ਪਰ ਹੁਣ ਤੁਸੀਂ ਅਚਾਨਕ ਇੰਡੀਆ ਕਿਵੇਂ ਆਏ? ਕੀ ਹੁਣ ਕਿਸੇ ਨੇ ਕਿਹਾ, ਕਿਸੇ ਦੇ ਕਹਿਣ ਤੇ ਆਇਓ ਤੁਸੀਂ, ਜਾਂ ਆਪਣੇ ਦਿਲ ਦੇ ਅੰਦਰੋਂ ਆਵਾਜ਼ ਆਈ ਕਿ ਹਾਂ ਮੈਨੂੰ ਹੁਣ ਦੱਸਣਾ ਚਾਹੀਦਾ, ਰਾਈਟ ਟਾਈਮ ਕਿਉਂ ਲੱਗਾ ਹੁਣ ਆਣਾ? ਓਕੇ, ਸੋ ਇਹਦੀ ਤਾਂ ਕਾਫੀ ਵੱਡੀ ਸਟੋਰੀ ਆ ਇਹਦੇ ਪਿੱਛੇ। ਇੰਨਾ ਟਾਈਮ ਸਾਲ ਬਾਅਦ ਰੀਨਾ ਕਿਉਂ ਆਈ ਇਸ ਬਿਕਾਜ਼ ਅੰਮ੍ਰਿਤਪਾਲ ਵਾਰਿਸ ਪੰਜਾਬ, ਮੈਂ ਸਮਝਦੀ ਉਹ ਮੇਰੇ ਨਾਲ ਖੜੇ ਸੀ। ਸੋ ਇੰਨਾ ਤੱਕ ਲਾਸਟ ਈਅਰ ਮੈਂ ਆਈ ਸੀ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਵੇਟ ਕਰਿਓ, ਅਸੀਂ ਸਾਰੇ ਪ੍ਰੈਸ ਕਾਨਫਰੰਸ, ਬਿਕਾਜ਼ ਕਿਸੇ ਨੇ ਨਹੀਂ ਮੈਨੂੰ ਯਕੀਨ ਕਰਨਾ। ਜਦ ਮੈਂ ਹੁਣ ਕੱਲੀ ਜਾ ਕੇ ਕਹਿ ਦੇ ਕਿ ਦੀਪਤੀ ਐਕਸੀਡੈਂਟ ਨਹੀਂ, ਉਹਨਾਂ ਨੇ ਬਲੀਵ ਹੀ ਨਹੀਂ ਕਰਨਾ, ਬਿਕਾਜ਼ ਇੰਨੀ ਯੂਥ ਅੰਮ੍ਰਿਤਪਾਲ ਦੇ ਨਾਲ ਹੈਗੀ ਆ ਇਸ ਵਕਤ ਕਿ ਉਹ ਨੈਰੇਟਿਵ ਇਹ ਆ ਕਿ ਉਹਦਾ ਕਤਲ ਹੋਇਆ ਵਾ। ਐਂਡ ਉਸ ਚੀਜ਼ ਤੇ ਮੈਨੂੰ ਬਹੁਤ ਦੁੱਖ ਲੱਗਿਆ ਰੀਸੈਂਟਲੀ ਬਰਸੀ ਤੇ ਕਿ ਇਹ ਹਲੇ ਸੱਚ ਨਹੀਂ ਬੋਲਦੇ। ਇਹਨਾਂ ਨੂੰ ਪਤਾ ਸੱਚ ਹੈ ਕੀ ਆ, ਮੇਰੇ ਕੋਲ ਪ੍ਰੂਫ ਵੀ ਹੈਗਾ ਕਿ ਇਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਐਕਸੀਡੈਂਟ ਸੀ। ਹੁਣ ਮੈਂ ਵਾਰਿਸ ਪੰਜਾਬ ਨਾਲ ਰੀਸੈਂਟਲੀ ਗੱਲ ਕੀਤੀ ਕਿ ਤੁਸੀਂ ਆ ਕੇ ਹੁਣ ਖੜੋ ਮੇਰੇ ਨਾਲ। ਮੈਂ ਇੰਨਾ ਵਿਸ਼ਵਾਸ ਕੀਤਾ ਵਾਰਿਸ ਪੰਜਾਬ। ਤੁਸੀਂ ਅੰਮ੍ਰਿਤਪਾਲ ਨੂੰ ਪਹਿਲਾਂ ਤੋਂ ਜਾਣਦੇ ਸੀ? ਯੈਸ, ਐਕਸੀਡੈਂਟ ਤੋਂ ਬਾਅਦ ਉਹ ਸਾਡੀ ਐਕਸੀਡੈਂਟ ਤੋਂ ਪਹਿਲਾਂ ਨਹੀਂ ਇੱਧਰ ਗੱਲ ਹੋਈ ਸੀ, ਮੈਂ ਤੇ ਦੀਪ ਨੇ ਜਾਣਾ। ਦੀਪ ਸਿੱਧੂ ਦੇ ਨਾਲ ਕਿਹੋ ਜਿਹਾ ਰਿਲੇਸ਼ਨ ਸੀ? ਦੋਸਤੀ ਸੀਗੀ ਜਾਂ ਸਪੋਰਟਰ ਸੀਗੇ? I say he was more of a supporter. ਦੀਪ ਸਿੱਧੂ ਦੀ ਆਈਡੀਓਲੋਜੀ ਕਿਹੋ ਜਿਹੀ ਸੀ? ਇਹੀ ਸੀ ਕਿ mostly ਠੀਕ ਆ, he was talking about religious, but mostly ਕਿੰਨਾ ਮੈਨੂੰ ਪਤਾ ਦੀਪ ਕਿੰਨਾ ਉਹਦਾ ਦੁੱਖ ਸੀ ਪੰਜਾਬ ਲਈ, ਕਿੰਨੀ ਸਫਰਿੰਗ ਹੁੰਦੀ ਸੀ ਇੱਥੇ। ਪੰਜਾਬ ਲਈ ਕੀ ਕਰਨਾ ਚਾਹੁੰਦੇ ਸੀ? ਹਾਂ, ਇਹੀ ਸੀ ਕਿ ਲੈਟਸ ਫਾਈਂਡ ਅ ਸੋਲੂਸ਼ਨ। ਅਸੀਂ ਪ੍ਰਪੋਜ਼ ਕਰਦੇ ਆ ਸਾਡੇ ਰਾਈਟਸ ਲਈ, ਲੈਟਸ ਹੈਲਪ ਦ ਯੂਥ। ਜੋ ਤੁਸੀਂ ਯੂਥ ਨੂੰ ਹੈਲਪ ਕਰੋਗੇ ਫਿਰ ਤਾਂ ਸਾਰਾ ਕੁਝ ਪੰਜਾਬ ਦੇ ਵਿੱਚ ਵਧੀਆ ਹੋ ਜਾਊਗਾ। ਦੀਪ ਸਿੱਧੂ ਪੋਲਿਟਿਕਸ ਚਾਹਣਾ ਚਾਹੁੰਦੇ ਸੀਗੇ? No, not right now. ਨਹੀਂ, ਇਸ ਚੀਜ਼ ਤੇ really focus ਨਹੀਂ ਕੀਤਾ। ਪੋਲਿਟਿਕਸ ਦੀ ਨਹੀਂ ਸੀ ਮੋਸਟਲੀ, ਐਕਚੁਅਲੀ ਦੀਪ ਵਾਂਟ ਟੂ ਬੀ ਅ ਸੇਵਾਦਾਰ ਫਰਮ। ਉਹਨਾਂ ਦੀ ਲਾਈਫ ਦੀ ਗੱਲ ਕਰੀਏ ਤਾਂ ਪਹਿਲਾਂ ਉਹ ਐਕਟਰ ਦੇਖੇ ਗਏ, ਕੀਤਾ ਉਹਨਾਂ ਨੇ ਲਾਅ ਸੀਗਾ, ਬਟ ਉਹ ਫਿਲਮ ਦੇ ਵਿੱਚ ਦੇਖੇ ਗਏ। ਇਹਦੇ ਬਾਅਦ ਇੱਥੇ MP ਇਲੈਕਸ਼ਨ ਹੁੰਦੇ ਆ ਤੇ ਉਹ ਸਨੀ ਦਿਓਲ ਦੇ ਸੱਜੀ ਬਾਂਹ ਬਣ ਕੇ ਪੰਜਾਬ ਦੇ ਵਿੱਚ ਆਉਂਦੇ ਆ, ਉਹਨਾਂ ਨੂੰ ਪੂਰਾ ਦੱਸਦੇ ਆ ਕਿ ਕਿਵੇਂ ਇੱਥੇ ਰਹਿਣਾ, ਕਿਵੇਂ ਆਪਾਂ ਪੂਰੀ ਜੋ ਪ੍ਰਚਾਰ ਆ ਉਹ ਕਿਵੇਂ ਕਰਨਾ ਆ, ਹਨਾ। ਇਹਦੇ ਬਾਅਦ ਸਨੀ ਦਿਓਲ ਦੇ ਨਾਲ ਅਚਾਨਕ ਉਹਨਾਂ ਦੀ ਬੋਲਚਾਲ ਵੀ ਕਿਹਾ ਜਾਂਦਾ ਕਿ ਬੰਦ ਹੋ ਗਈ, ਉਹਨਾਂ ਨੇ ਅਲੱਗ ਰਾਹ ਚੁਣ ਲਿਆ
ਤਾਂ ਉਹ ਪੂਰਾ ਸੀਨ ਕੀ ਸੀਗਾ? ਬੀਜੇਪੀ ਦੇ ਨਾਲ ਕੋਈ ਰਿਲੇਸ਼ਨ ਸੀ ਦੀਪ ਸਿੱਧੂ ਦਾ? ਨਹੀਂ ਹੈ ਨਹੀਂ ਸੀ। ਸਿਰਫ ਸਨੀ ਦਿਓਲ ਦੀ ਇਲੈਕਸ਼ਨਸ ਲਈ ਸਪੋਰਟ ਕਰਦਾ ਸੀ ਤੀ, ਐਂਡ ਹਾਲੇ ਵੀ ਮੈਂ ਫੈਮਿਲੀ ਨੂੰ ਰਿਸਪੈਕਟ ਕਰਦੀ ਹਾਂ। ਆਈ ਹੈਵ ਨਥਿੰਗ ਅਗੇਂਸਟ ਦ ਫੈਮਿਲੀ। ਬਹੁਤ ਜ਼ਿਆਦਾ ਪਿਆਰ, ਆਈ ਰਿਸਪੈਕਟ ਧਰਮ ਜੀ। ਪਰ ਨਹੀਂ, ਮੇਰੇ ਕੋ ਇਸ ਟਾਈਮ ਕੋਈ ਰਿਲੇਸ਼ਨਸ਼ਿਪ ਜਾਂ ਕੋਈ ਗੱਲਬਾਤ ਹੈ ਨਹੀਂ ਉਸ ਫੈਮਿਲੀ ਦੇ। ਤੁਸੀਂ ਨੇੜੇ ਤੋਂ ਜਾਣਦੇ ਹੋ ਦੀਪ ਦਾ ਰਾਹ ਅਲੱਗ ਕਿਵੇਂ ਹੋਇਆ? ਅਚਾਨਕ ਉਹਨਾਂ ਦੇ ਉਹ ਅੰਦੋਲਨ ਵਾਲੀ ਸਾਈਡ ਕਿਵੇਂ ਆ ਗਏ? ਆਈ ਥਿੰਕ ਬਿਕਾਜ਼ ਮੇਬੀ ਸਮਵੇਅਰ ਉਹਨਾਂ ਤੇ ਸਪੋਰਟ ਨਹੀਂ ਮਿਲੀ from the family, from the Dio family, so ਫਿਰ ਉਹ ਵੱਖਰਾ ਰਾਹ ਆਪਣਾ ਦੀਪ ਨੇ his own way। ਕਿਹੋ ਜੀ ਸਪੋਰਟ ਚਾਹੁੰਦੇ ਸੀ ਕਿ ਦਿਓਲ ਫੈਮਿਲੀ ਉਹਨਾਂ ਨੂੰ ਸਪੋਰਟ ਕਰੇ? ਉਹੀ ਫਿਰ ਕਿ ਤੁਸੀਂ ਹੁਣ ਕਰਨਾ ਚਾਹੀਦਾ ਫਾਰਮਰਸ ਐਜੀਟੇਸ਼ਨ ਸਾਡੇ ਪੰਜਾਬ ਲਈ ਕਰਨਾ ਚਾਹੀਦਾ। ਤੁਸੀਂ ਹੁਣ ਗੁਰਦਾਸਪੁਰ ਦੀ MP ਆ, ਤੁਸੀਂ you should come stand for our people। ਉਸ ਚੀਜ਼ ਤੇ ਮੇਬੀ ਦੀਪ obviously ਦੁੱਖ he was hurt, ਉਹ ਚੀਜ਼ ਨਹੀਂ ਖੜੇ ਉਸ ਚੀਜ਼ ਤੇ। ਸੋ ਫਿਰ ਦੀਪ ਨੇ ਸੋਚਿਆ ਕਿ ਠੀਕ ਹੈ ਮੈਂ ਆਪਣਾ ਰਾਹ ਫਿਰ। ਕਿਸੇ ਹੋਰ ਪੋਲੀਟੀਕਲ ਪਾਰਟੀ ਦੇ ਨਾਲ ਕੋਈ ਰਿਲੇਸ਼ਨ ਸੀ ਉਹਨਾਂ ਦੇ? ਕਿਸੇ ਦੇ ਸੰਪਰਕ 'ਚ ਸੀਗੇ? ਨਹੀਂ, ਬਿਲਕੁਲ ਨਹੀਂ। ਬੀਜੇਪੀ ਦੇ ਕਿਸੇ ਲੀਡਰ ਦੇ ਨਾਲ ਸੰਪਰਕ ਸੀਗੇ ਸਨੀ ਦਿਓਲ ਦੇ ਇਲਾਵਾ? ਨਹੀਂ, ਬਿਲਕੁਲ ਨਹੀਂ। ਕਿਉਂਕਿ ਕੁਝ ਲੀਡਰਸ ਦੇ ਨਾਲ ਉਹਨਾਂ ਦੀਆਂ ਫੋਟੋਜ਼ ਵੀ ਆਈਆਂ ਸੀਗੀਆਂ ਕਿ ਇੱਕ ਮੁਲਾਕਾਤ ਦੀਆਂ। ਹਾਂ, ਉਸ ਟਾਈਮ ਫੋਟੋ ਆਈ ਸੀ, ਜਿਹੜੀ ਵਾਇਰਲ ਹੋ ਗਈ ਸੀ। ਉਹ ਐਕਚੁਅਲੀ ਸਨੀ ਦਿਓਲ ਜਦੋਂ ਇਲੈਕਸ਼ਨ ਤੇ ਉਹਨਾਂ ਨੇ ਫਿਰ ਸਾਰਿਆਂ ਨੂੰ ਮਿਲਿਆ ਸੀ, ਪਰ ਕੋਈ ਇਦਾਂ ਨਹੀਂ ਸੀ ਕਿ ਹਾਂ ਇਹਨਾਂ ਦੀ ਕੋਈ ਚਾਲ ਸੀ ਜਾਂ ਕੋਈ ਇਦਾਂ ਦੀ। ਇਟ ਵਾਸ ਜਸਟ ਸਿਰਫ ਫੋਟੋ ਬਿਕਾਜ਼ ਸਨੀ ਉਹਨਾਂ ਨੂੰ ਮਿਲ ਗਿਆ ਸੀ। ਦੀਪ ਸਿੱਧੂ, ਤੁਸੀਂ ਦੱਸਿਆ ਕਿ ਉਹਨਾਂ ਦੇ ਕੋਲ ਮਹਿੰਗੀਆਂ ਗੱਡੀਆਂ ਵੀ ਸੀਗੀਆਂ, ਹਨਾ, ਲਗਜ਼ਰੀ ਗੱਡੀਆਂ ਵੀ ਸੀਗੀਆਂ। ਐਕਟਿੰਗ ਦੇ ਇਲਾਵਾ ਹੋਰ ਕੀ ਆਕੂਪੇਸ਼ਨ ਸੀ ਉਹਨਾਂ ਦਾ? ਉਹ ਆਈ ਵੁੱਡ ਸੇ ਹੁਣ ਉਹਦਾ ਰਾਹ ਤਾਂ ਐਕਟਿਵਿਜ਼ਮ ਸੀ, ਪਰ ਫਿਰ ਵੀ ਹੀ ਵਾਸ ਅ ਵੈਰੀ ਜਦ ਤੁਸੀਂ ਦੀਪ ਦਾ ਦੂਸਰਾ ਸਾਈਡ ਦੇਖੋਗੇ, he was a child, a very he was very charming, very loving, very giving। ਉਸ ਚੀਜ਼ ਤੇ ਮੈਨੂੰ that's what attracted me as well, Deep te। Mostly he wanted to just make Punjab a better place। ਤੁਸੀਂ ਉਹਨਾਂ ਨੂੰ ਐਕਟਿਵਿਸਟ ਕਹਿੰਦੇ ਹੋ ਕਿ ਪੰਜਾਬ ਦੇ ਬਹੁਤ ਕੁਝ ਕਰਨਾ ਚਾਹੁੰਦੇ ਸੀ, ਪਰ ਪੈਸੇ ਦੇ ਬਿਨਾ ਕੁਝ ਵੀ ਪੋਸੀਬਲ ਨਹੀਂ ਹੁੰਦਾ ਹੈਗਾ। ਤੇ ਉਹ ਪੈਸਾ ਕਿੱਥੋਂ ਆਉਂਦਾ ਸੀਗਾ? ਕਿ ਫੰਡਿੰਗ ਕਿੱਥੋਂ ਹੁੰਦੀ ਸੀਗੀ? ਕੋਈ ਪਿੱਛੇ ਉਹਨਾਂ ਦੇ ਕਿਸੇ ਦੀ ਥਾਪੀ ਸੀਗੀ ਜੋ ਕੋਈ ਉਹਨਾਂ ਨੂੰ ਸਪੋਰਟ ਕਰਦਾ ਸੀ? ਨਹੀਂ, ਕੁਝ ਇਦਾਂ ਨਹੀਂ ਸੀ, ਬਿਕਾਜ਼ ਦੀਪ ਕਦੇ ਕਿਸੇ ਤੋਂ ਪੈਸਾ ਨਹੀਂ ਲਊਗਾ। ਇਹ ਉਹਦੀ ਬਹੁਤ it's a very important topic that ਉਹਨੇ ਕਿਹਾ ਸੀ ਕਿ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ। ਨਹੀਂ ਕੰਮ ਕੀਤਾ। he has money, it's not that he didn't। ਜੋ ਕੁਝ ਉਹਨਾਂ ਕੋਲ ਸੀਗਾ ਸਾਰਾ ਐਕਟਿੰਗ ਤੋਂ ਆਇਆ ਸੀ? ਐਕਟਿੰਗ ਤੋਂ ਐਂਡ ਲਾਅ ਤੋਂ। ਕਿੰਨਾ ਟਾਈਮ ਉਹਨਾਂ ਨੇ ਪ੍ਰੈਕਟਿਸ ਕੀਤੀ ਐਜ਼ ਅ ਲਾਇਰ? I believe he practiced for quite some time, I don't know exactly। ਪਰ ਉਸ ਦੇ ਵਿੱਚ he has a lot of support for himself। ਉਹਨਾਂ ਨੇ ਇੰਨਾ ਅਰਨ ਕਰ ਲਿਆ ਸੀ ਕਿ ਇਸ ਸਟੈਂਡਰਡ ਦੀ ਲਾਈਫ ਉਹ ਜੀ ਸਕਦੇ ਸੀ। ਇਲਜ਼ਾਮ ਲੱਗਦੇ ਆ ਕਿ ਫੰਡਿੰਗ ਕਿਤੋਂ ਨਾ ਕਿਤੋਂ ਹੁੰਦੀ ਸੀ, ਵਿਦੇਸ਼ਾਂ ਤੋਂ ਫੰਡਿੰਗ ਹੁੰਦੀ ਸੀ। ਨਹੀਂ, not for him। ਜਦੋਂ ਅੰਦੋਲਨ ਹੁੰਦਾ ਸੀ ਉਹ ਕਾਫੀ ਪੈਸਾ ਹੁੰਦਾ ਸੀ, ਪਰ ਕਦੇ ਦੀਪ ਦੇ ਕੋਲ ਉਹ ਪੈਸਾ ਨਹੀਂ ਗਿਆ। ਮੈਂ ਸੱਚ ਦੱਸਦੀ ਕਿ ਜਦੋਂ ਦੀਪ ਸਿੱਧੂ ਇੱਥੋਂ ਨਿਕਲੇ ਤਾਂ ਉਹਨਾਂ ਦੇ ਬਹੁਤ ਸਪੋਰਟਰ ਸੀਗੇ, ਪਰ ਜਦੋਂ ਕਿਸਾਨ ਅੰਦੋਲਨ ਦੇ ਵਿੱਚ 26 ਤਰੀਕ ਨੂੰ ਇੱਕ ਨਵਾਂ ਮੋੜ ਆਂਦਾ, ਜਦੋਂ ਉਹ ਲਾਲ ਕਿਲੇ ਤੇ ਪਹੁੰਚ ਜਾਂਦੇ ਆ, ਉਹਦੇ ਬਾਅਦ ਦੀਪ ਸਿੱਧੂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਇੱਕਦਮ ਵਿਰੋਧ ਹੋ ਗਿਆ ਕਿ ਇਹਨਾਂ ਨੇ ਤਾਂ ਬਦਨਾਮ ਕਰ ਦਿੱਤਾ, ਐਜੀਟੇਸ਼ਨ ਨੂੰ ਹੀ ਬਦਨਾਮ ਕਰਤਾ, ਅਰੈਸਟ ਹੋਣਾ ਪਿਆ, ਉਹਨਾਂ ਨੂੰ ਜੇਲ੍ਹ ਤੱਕ ਜਾਣਾ ਪਿਆ। ਤਾਂ ਉਦੋਂ ਤੁਹਾਨੂੰ ਕੀ ਲੱਗਾ ਕਿ ਅਸੀਂ ਕੋਈ ਗਲਤੀ ਤਾਂ ਨਹੀਂ ਕਰ ਲਈ ਹੈਗੀ ਕਿ ਇਸ ਰਾਹ ਤੁਰ ਪਏ ਤਾਂ ਚੀਜ਼ਾਂ ਪੁੱਠੀਆਂ ਪੈ ਗਈਆਂ? ਨਹੀਂ, ਬਿਕਾਜ਼ ਨਹੀਂ, ਬਿਕਾਜ਼ ਇਹ ਜਦੋਂ ਤੁਸੀਂ ਰਾਹ ਜਾਂਦੇ ਆ ਨਾ, ਇਹ ਪੂਰ ਟਰਸਟ ਦੇ ਨਾਲ ਜਾਣਾ ਪੈਂਦਾ। ਇਹ ਗੁਰੂ ਸਾਹਿਬ ਜਦੋਂ ਹੁਕਮ ਉਹਨਾਂ ਦਾ ਆ ਜਾਂਦਾ, ਫਿਰ ਇਹ ਚੀਜ਼ ਤੇ ਤੁਸੀਂ ਡਾਊਟ ਨਹੀਂ ਕਰਦੇ, ਬਸ ਤੁਰਨਾ ਪੈਂਦਾ। ਐਂਡ ਯੂ ਲੀਵ ਐਵਰੀਥਿੰਗ ਐਲਸ ਔਨ ਆਰ ਗੁਰੂਜ਼। ਹੁਣ ਤੁਸੀਂ ਪੰਜਾਬ ਲਈ ਕੀ ਕਰਨਾ ਚਾਹੁੰਦੇ ਹੋ? ਪੰਜਾਬ ਲਈ ਕੀ ਦੀਪ ਚਾਹੁੰਦਾ ਸੀ, ਲੈਟਸ ਓਪਨ ਸੈਂਟਰਸ, ਸਾਰੇ ਇਕੱਠੇ ਹੋ ਕੇ ਸੰਗਤ ਦੀਪ ਦੀ ਲੈਗੇਸੀ ਤੇ ਅਸੀਂ ਚੰਗੀ ਤਰ੍ਹਾਂ ਵੀ ਕੈਨ ਲੀਡ। ਮੈਨੂੰ ਥੋੜਾ ਜਿਹਾ ਪੇਸ਼ੈਂਸ ਹਲੇ ਤੁਸੀਂ ਮੇਰੇ ਨਾਲ ਰੱਖਿਓ, ਬਿਕਾਜ਼ ਹਲੇ ਵੀ ਮੇਰੇ ਔਖਾ, ਐਂਡ ਮੈਂ ਵੀ ਸਟੇਬਲ ਹੋਣਾ ਚਾਹੀਦੀ ਹਾਂ। ਆਮ ਗੋਇੰਗ ਬੈਕ ਇਨਟੂ ਆਫਟਰ ਲਾਈਕ ਮੇਬੀ 3 ਇਅਰਸ। ਤੁਸੀਂ ਹੁਣ ਪੰਜਾਬ 'ਚ ਕੋਈ ਪਾਰਟਿਕੂਲਰ ਮੋਟਿਵ ਲੈ ਕੇ ਆਇਓ ਕਿ ਮੈਂ ਇਹ ਕੰਮ ਕਰਨਾ ਪੰਜਾਬ ਦੇ ਵਾਸਤੇ, ਜਾਂ ਮੈਂ ਉਹਨਾਂ ਦੀ ਜਥੇਬੰਦੀ ਨੂੰ ਹੀ ਸਪੋਰਟ ਕਰਨਾ ਜਿਹੜੀ ਉਹਨਾਂ ਦੇ ਵੱਲੋਂ ਬਣਾਈ ਗਈ ਸੀ ਤੇ ਹੁਣ ਅੰਮ੍ਰਿਤਪਾਲ ਲੀਡ ਕਰ ਰਹੇ? ਜਸ ਸੱਚ ਤੇ ਤੁਰਿਆ ਫਿਰ ਠੀਕ ਆ, ਮੈਂ ਇੱਥੇ ਉਹਨਾਂ ਦੇ ਵਾਰਿਸ ਪੰਜਾਬ ਦੇ ਨਾਲ। ਪਰ ਜਾਂ ਉਹਨਾਂ ਨੇ ਨਹੀਂ ਕਿਹਾ, ਫਿਰ ਆਮ ਸੌਰੀ, ਮੈਨੂੰ ਮੇਰਾ ਰਾਹ ਜੋ ਅੰਮ੍ਰਿਤਪਾਲ ਦੀ ਸੋਚ ਆ ਉਹ ਵੱਖਰੇ ਰਾਜ ਦੀ ਮੰਗ ਕਰਦੇ ਆ। ਹਾਲ ਹੀ ਦੇ ਵਿੱਚ ਤੁਹਾਨੂੰ ਅਜਨਾਲਾ ਇਸ਼ੂ ਦਾ ਵੀ ਪਤਾ ਹੋਣਾ ਕਿ ਪੁਲਿਸ ਸਟੇਸ਼ਨ ਦੇ ਉੱਪਰ ਅਟੈਕ ਕੀਤਾ ਗਿਆ, ਤਾਂ ਤੁਸੀਂ ਉਹਨਾਂ ਦੀ ਸੋਚ ਨਾਲ ਸਹਿਮਤ ਹੋ? ਜੇ ਦੀਪ ਸਿੱਧੂ ਹੁੰਦੇ ਤਾਂ ਉਹਨਾਂ ਦੀ ਸੋਚ ਨਾਲ ਸਹਿਮਤ ਹੁੰਦੇ? ਬਿਲਕੁਲ ਨਹੀਂ। ਐਂਡ ਇਸ ਚੀਜ਼ ਨੂੰ ਆਈ ਵੁੱਡ ਸੇ 90% ਆਫ ਲੋਕ ਨੂੰ ਪਤਾ ਕਿ ਇਹ ਚੀਜ਼
ਦੀਪ ਨਹੀਂ ਮੰਨੂਗਾ ਈਵਨ ਪੰਥ ਨੂੰ ਵੀ ਇਹ ਚੀਜ਼ ਤੇ they should at least know that much ਕਿ ਇਹ ਚੀਜ਼ ਨਹੀਂ ਦੀਪ ਕਦੇ ਨਹੀਂ ਮੰਨੂਗਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਲੈ ਕੇ ਤੁਰਨਾ ਉਹ ਟਾਈਮ ਨਹੀਂ ਹੁਣ ਜਦ ਤੁਸੀਂ ਲੜਾਈ ਕਰਨੀ ਆ ਤੁਸੀਂ structure ਦੇ ਨਾ ਕਰੋ because structure ਦੇ ਨਾਲ things is easy protest ਨਹੀਂ ਹੁੰਦਾ ਤੁਸੀਂ ਇੰਨਾ protest ਵੀ ਦੇਖ ਲਿਆ ਉਹਦੇ ਨਾਲ ਕੁਝ ਨਹੀਂ ਹੁੰਦਾ ਅੰਮ੍ਰਿਤਪਾਲ ਤੁਹਾਨੂੰ ਕਿਹੋ ਜਿਹੇ ਲੱਗਦੇ ਆ ਅੰਮ੍ਰਿਤਪਾਲ ਦੀ ਪਰਸਨੈਲਿਟੀ ਬਾਰੇ ਕੁਝ ਕਹੋਗੇ ਕਿਹੋ ਜੀ ਸੋਚ ਆ ਉਹਨਾਂ ਦੀ ਤੁਸੀਂ ਪਹਿਲਾਂ ਤੋਂ ਜਾਣਦੇ ਹੋ ਤੁਸੀਂ ਤੁਹਾਡੀ ਗੱਲਬਾਤ ਵੀ ਹੁੰਦੀ ਸੀ ਫੋਨ ਤੇ ਵੀ ਗੱਲਬਾਤ ਹੁੰਦੀ ਸੀ ਦੀਪ ਦੇ ਨਾਲ ਹੁੰਦੀ ਸੀ ਇੱਧਰ ਉੱਧਰ ਮੈਂ ਹਾਈ ਕਹਿ ਦਿੰਦੀ ਹੁੰਦੀ ਸੀ ਅੰਮ੍ਰਿਤਪਾਲ ਮੈਂ ਨਹੀਂ ਕਿ ਹੀ ਇਜ਼ ਅ ਨਾਈਸ ਪਰਸਨ ਮੈਂ ਹੱਲੇ ਵੀ ਉਹਨੂੰ ਰਿਸਪੈਕਟ ਕਰਦੀ ਹਾਂ ਐਂਡ ਅੰਮ੍ਰਿਤਪਾਲ ਉਹ ਉੱਥੇ ਸੀ ਕਦੋਂ ਮੈਨੂੰ ਦੀਪ I lost ਦੀਪ ਉਹ ਮੇਰੇ ਨਾਲ ਉਸ ਟਾਈਮ ਖੜਾ ਸੀ ਮੈਨੂੰ ਆਬਵੀਅਸਲੀ ਨਹੀਂ ਪਤਾ ਬਿਹਾਈਂਡ ਦ ਸੀਨਸ ਕੀ ਚੱਲਦਾ ਸੀ ਪਰ even ਅੱਜ ਮੈਂ ਕਹਿੰਦੀ ਕਿ ਮੈਂ ਥੈਂਕ ਯੂ ਕਹਿੰਦੀ ਅੰਮ੍ਰਿਤਪਾਲ ਉਹ ਉੱਥੇ ਮੇਰੇ ਨਾਲ ਖੜਾ ਸੀ ਜਦੋਂ ਮੈਂ ਉਹਨੂੰ ਫੋਨ ਕਰਕੇ ਰੋਂਦੀ ਹੁੰਦੀ ਸੀ ਉਹਨੂੰ ਪਤਾ ਸੀ ਮੈਂ ਪਿੱਟਦੀ ਸੀ ਕਿ ਮੇਰੀ ਜਾਨ ਚਲ ਗਈ ਐਂਡ ਉਸ ਚੀਜ਼ ਤੇ ਹੀ ਇਜ਼ ਅ ਨਾਈਸ ਗਾਈ ਇਹ ਨਹੀਂ ਮੈਂ ਕਹਿੰਦੀ ਪਰ ਸਿਰਫ ਤੁਹਾਡੀ ਆਖਰੀ ਗੱਲਬਾਤ ਅੰਮ੍ਰਿਤਪਾਲ ਨਾਲ ਕੀ ਹੋਈ ਤੁਸੀਂ ਕੁਝ ਚੈਟਸ ਵੀ ਦਿਖਾ ਰਹੇ ਹੋ ਆਖਰੀ ਤੁਹਾਡੀ ਗੱਲਬਾਤ ਅੰਮ੍ਰਿਤਪਾਲ ਦੇ ਨਾਲ ਕੀ ਹੋਈ ਸੀ ਆਖਰੀ ਹੈਗੀ ਸੀ ਕਿ ਤੁਸੀਂ ਬੰਬੇ ਚਲ ਜਾਓ ਮੈਂ ਉੱਥੇ ਆ ਕੇ ਤੁਹਾਨੂੰ ਮਿਲੂਗੀ ਅਸੀਂ ਵੀ ਵਿਲ ਟਾਕ ਅਬਾਊਟ ਟੈਲਿੰਗ ਦ ਟਰੂਥ ਪਰ ਉਹ ਕਦੇ ਉਹਦੇ ਬਾਅਦ ਅੰਮ੍ਰਿਤਪਾਲ ਕਿੰਨੀ ਦੇਰ ਪਹਿਲਾਂ ਦੀ ਗੱਲ ਹੈ ਇਹ that was say last year in October November ਤਾਂ ਕਾਫੀ ਟਾਈਮ ਹੋ ਗਿਆ ਕਾਫੀ ਮਹੀਨੇ ਹੋ ਗਏ ਇਹਨਾਂ ਦਾ and actually I have proof that ਮੇਰੇ ਕੋ ਹੈਗਾ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅਸੀਂ ਸੱਚ ਦੱਸ ਦਈਏ ਉਹ ਮੇਰੇ ਫੋਨ 'ਚ ਹੈਗਾ ਕਾਫੀ ਵਾਇਰਲ ਹੋ ਗਿਆ ਆਲਰੇਡੀ ਸੋ ਇਹੀ ਹੈ ਕਿ ਮੈਨੂੰ ਪਤਾ ਨਹੀਂ ਕਿਉਂ ਉਹਨਾਂ ਨੇ ਇਦਾਂ ਮੇਰੇ ਨਾਲ ਕੀਤਾ ਨੋਇੰਗ ਕਿ ਜਦ ਦੀਪ ਇੱਥੇ ਸੀ ਕਿਸੇ ਨੇ ਨਹੀਂ ਸੀ ਕੁਝ ਕਹਿਣਾ ਅੰਮ੍ਰਿਤਪਾਲ ਦਾ ਏਜੰਡਾ ਕੀ ਲੱਗਦਾ ਤੁਹਾਨੂੰ ਕਿਉਂ ਇਦਾਂ ਕਰਦੇ ਪਏ honestly I really don't know ਇਹਦੀ motive ਕੀ ਹੈ ਇਹਦੇ ਪਿੱਛੇ maybe he wants to just focus on the religious side but I think he needs to maybe see both sides now because it's not fair to har ek a culture or har ek ਹੋਰ ਵੀ ਸੰਗਤ ਹੈਗੀ ਆ ਉਹਨਾਂ ਦੀਆਂ ਵੀ ਕੁਝ ਗੱਡੀਆਂ ਦੇ ਉੱਪਰ ਇਸ਼ੂ ਹੋ ਰਿਹਾ ਕਿ ਉਹ ਮਹਿੰਗੀਆਂ ਗੱਡੀਆਂ ਦੇ ਵਿੱਚ ਘੁੰਮਦੇ ਪਏ ਆ ਜੋ ਉਹ ਆਪਣਾ ਇੱਕ ਤਰੀਕੇ ਦੇ ਨਾਲ ਲਹਿਰ ਲੈ ਕੇ ਚੱਲਦੇ ਆ ਤਾਂ ਕਦੀ ਮਰਸੀਡੀਜ਼ ਦੇ ਵਿੱਚ ਸਵਾਰ ਹੋਏ ਵੀ ਨਜ਼ਰ ਆਉਂਦੇ ਆ ਤਾਂ ਇਹ ਉਹਨਾਂ ਤੇ ਵੀ ਫੰਡਿੰਗ ਦੇ ਇਲਜ਼ਾਮ ਲੱਗ ਰਹੇ ਕਿ ਕਿਤੋਂ ਫੰਡਿੰਗ ਆਉਂਦੀ ਆ ਕਿਸੇ ਇਹ ਵੀ ਕਿਹਾ ਜਾ ਰਿਹਾ ਹੈ ਕੁਝ ਲੋਕ ਇਹ ਵੀ ਕਹਿ ਰਹੇ ਸੋਸ਼ਲ ਮੀਡੀਆ ਤੇ ਕਿ ਕਿਸੇ ਏਜੰਸੀ ਦੇ ਵੱਲੋਂ ਉਹਨਾਂ ਨੂੰ ਪਲਾਂਟ ਕੀਤਾ ਗਿਆ ਹੈ ਇਸ ਚੀਜ਼ ਦੇ ਮੈਨੂੰ ਨਹੀਂ ਪਤਾ ਓਨੈਸਟਲੀ ਮੈਂ ਦੱਸਦੀ ਹਾਂ ਯੈਸ ਮੈਂ ਸੁਣਿਆ ਕਿ ਗੱਡੀਆਂ ਇੱਧਰ ਉੱਧਰ ਇਹ ਚੀਜ਼ ਤੇ ਉਹੀ ਮੈਂ ਵੀ ਪੁੱਛਦੀ ਹਾਂ ਕਿ ਲਾਈਕ ਹੁਣ ਦੀਪ ਸੀ ਵੈਰੀ ਸਿੰਪਲ ਸੀ ਮੇਬੀ that's his lifestyle maybe ਉਹਦੀ ਲਾਈਫਸਟਾਈਲ ਹੋਊਗੀ I don't know ਪਰ ਮੈਨੂੰ ਇੰਨਾ ਪਤਾ ਵਾ ਕਿ ਜਦ ਤੁਸੀਂ ਸੱਚ ਤੇ ਤੁਸੀਂ ਅੰਮ੍ਰਿਤ ਛਕਿਆ ਫਿਰ ਤੁਸੀਂ ਇਹ ਬਹੁਤ ਜ਼ਰੂਰੀ ਹੁੰਦੀ ਹੈ ਇੰਪੋਰਟੈਂਟ ਓਨੈਸਟ ਹੋਣ ਦੀ ਹੈ ਨਾ ਸੋ ਇੰਨਾ ਮੈਂ ਬਸ ਸਿਰਫ ਅੰਮ੍ਰਿਤਪਾਲ ਨੂੰ ਕਹਿਣਾ ਚਾਹੁੰਦੀ ਹਾਂ ਕਿ ਵਾਰਿਸ ਪੰਜਾਬ ਤੁਸੀਂ ਆ ਕੇ ਸਿਰਫ ਸੱਚ ਦੱਸ ਦਿਓ ਐਂਡ ਮੈਂ ਪਿੱਛੇ ਹੋਵਾਂਗੀ ਮੈਂ ਪਿੱਛੇ ਨਹੀਂ ਹੋਣਾ ਜਦ ਤੱਕ ਸੱਚ ਨਹੀਂ ਨਿਕਲਦਾ ਬਿਕਾਜ਼ ਇਹ ਮੇਰੀ ਰਿਸਪੌਂਸਿਬਿਲਿਟੀ ਆ ਮੈਂ ਅੱਜ ਦੀਪ ਲਈ ਖੜੀ ਹਾਂ in myself ਜਿਵੇਂ ਆਮ ਲੋਕ ਕਹਿੰਦੇ ਪਏ ਆ ਸੋਸ਼ਲ ਮੀਡੀਆ ਤੇ ਵੀ ਲੋਕ ਕਹਿੰਦੇ ਆਏ ਲਗਾਤਾਰ ਅੱਜ ਵੀ ਲੋਕ ਕਹਿੰਦੇ ਆ ਕਿ ਤੁਸੀਂ ਜੋ ਕਲੇਮ ਕਰਦੇ ਪਏ ਆ ਕਿ ਜਸਟ ਐਕਸੀਡੈਂਟ ਸੀਗਾ ਉਹਦੇ ਚ ਉਹਨਾਂ ਦੀ ਡੈਥ ਹੋ ਗਈ ਲੇਕਿਨ ਉਹਨਾਂ ਨੂੰ ਨਾ ਤਾਂ ਸ਼ਹੀਦਾ ਦਰਜਾ ਦੇਵੋ ਅਤੇ ਨਾ ਹੀ ਕੋਈ ਸਾਜ਼ਿਸ਼ ਸੀਗੀ ਨਾ ਕਿਸੇ ਨੇ ਕੁਝ ਚੀਜ਼ਾਂ ਰਚੀਆਂ ਸੀਗੀਆਂ ਇਦਾਂ ਦਾ ਕੁਝ ਨਹੀਂ ਆ ਜਦਕਿ ਬਾਕੀ ਲੋਕ ਕਹਿ ਰਹੇ ਕਿ ਉਹਨਾਂ ਦੀ ਫੈਮਿਲੀ ਵੀ ਜੋ ਮਨਦੀਪ ਵੀ ਕਹਿ ਰਹੇ ਆ ਕਿ ਉਹਨਾਂ ਦਾ ਸਾਜ਼ਿਸ਼ ਦੇ ਤਹਿਤ ਮਰਡਰ ਕਰਵਾਇਆ ਗਿਆ ਸਾਰਾ ਕੁਝ ਹੋਇਆ ਨਹੀਂ ਕਰਵਾਇਆ ਗਿਆ ਠੀਕ ਹੈ ਜੇ ਇਸ ਚੀਜ਼ ਤੇ ਤੁਸੀਂ ਤੇ ਪਹਿਲੋਂ ਨਹੀਂ ਇਨਵੈਸਟੀਗੇਸ਼ਨ ਤੇ ਜਦ ਐਵੀਡੈਂਸ ਤੁਸੀਂ ਕੱਢੋ ਤੁਸੀਂ ਇਨਵੈਸਟੀਗੇਸ਼ਨ ਕਰਨੀ ਸੀ ਤੁਸੀਂ ਪ੍ਰੋਟੈਸਟ ਵੀ ਕਰਨੀ ਸੀਗੀ ਜਸਟਿਸ ਦੇ ਲਈ ਦੀਪ ਲਈ ਕੀ ਹੋਇਆ ਕੀ ਦੀਪ ਸਿੱਧੂ ਦੇ ਨਾਲ ਵਾਰਿਸ ਪੰਜਾਬ ਨੂੰ ਕਰਨਾ ਵੀ ਚਾਹੀਦਾ ਇਹ ਨਹੀਂ ਕਿ ਤੁਸੀਂ ਪ੍ਰੋਟੈਸਟ ਕਰ ਉਹ ਚੀਜ਼ ਤੇ ਤੁਹਾਨੂੰ ਕੁਝ ਨਹੀਂ ਮਿਲਣਾ ਉਹਨਾਂ ਨੂੰ ਰੱਖਣਾ ਚਾਹੀਦੀ ਸੀ ਦੀਪ ਦੀ ਬੋਡੀ ਜੋ ਉਹਨਾਂ ਨੂੰ ਕਿਹਾ ਕਿ ਹਾਂ ਇਹ ਐਕਸੀਡੈਂਟ ਨਹੀਂ ਫਿਰ ਤੁਸੀਂ ਉਸ ਟਾਈਮ ਦੀਪ ਨੂੰ ਰੱਖਣਾ ਚਾਹੀਦਾ ਸੀ ਐਂਡ ਤੁਸੀਂ ਮੈਨੂੰ ਇਹ ਚੀਜ਼ ਤੁਸੀਂ ਮਨਦੀਪ ਨੂੰ ਇਹ ਚੀਜ਼ ਪੁੱਛੋ ਕਿ ਕਿਉਂ ਉਹਨੇ ਪੋਸਟਮਾਰਟਮ ਇੰਨਾ ਜਲਦੀ ਕਰਤਾ ਫਿਰ ਉਹ ਵੀ ਹੋ ਗਿਆ ਮਨਦੀਪ ਨਾਲ ਗੱਲ ਹੁੰਦੀ ਤੁਹਾਡੀ ਹੁਣ ਨਹੀਂ ਹੁੰਦੀ ਨਹੀਂ ਕੋਈ ਝਗੜਾ ਹੋਇਆ ਆਪਸ ਦੇ ਵਿੱਚ ਨਹੀਂ ਬਿਲਕੁਲ ਨਹੀਂ ਹੋਇਆ ਕਦੋਂ ਤੱਕ ਗੱਲਬਾਤ ਹੁੰਦੀ ਰਹੀ ਹੋਈ ਨਹੀਂ ਸੀ ਸਿਰਫ ਮਨਦੀਪ ਨੇ ਅੰਮ੍ਰਿਤਪਾਲ ਦੇ ਨਾਲ ਗੱਲ ਕੀਤੀ ਡਾਇਰੈਕਟਲੀ ਮੇਰੇ ਨਾਲ ਨਹੀਂ ਕੀਤੀ ਉਸ ਤੋਂ ਪਹਿਲਾਂ the only messages ਮੈਂ ਭੇਜੇ ਸੀ ਕਿ ਮੈਂ ਹਸਪੀਟਲ 'ਚ ਪਈ ਸੀ ਮੇਰੇ ਤੁਸੀਂ ਸੱਚ ਦੱਸ ਦਿਓ ਐਂਡ ਮੈਂ ਦੀਪ ਨੂੰ ਤੁਹਾਨੂੰ ਕੀ ਲੱਗਦਾ ਕਿ ਮਨਦੀਪ ਕਿਉਂ ਨਹੀਂ ਜੇ ਤੁਸੀਂ ਜੋ ਤੁਸੀਂ ਸੱਚ ਕਹਿ ਰਹੇ ਹੋ ਉਹ ਚੀਜ਼ਾਂ ਉਹ ਕਿਉਂ ਨਹੀਂ ਐਕਸੈਪਟ ਕਰਦੇ ਕਿਉਂ ਨਹੀਂ ਲਿਆਉਣਾ ਚਾਹੁੰਦੇ ਦੁਨੀਆ ਦੇ ਸਾਹਮਣੇ ਜੇਕਰ ਉਹ ਸੱਚ ਆ ਤਾਂ ਹਾਂ ਇਹੀ ਤਾਂ ਮੈਨੂੰ ਵੀ ਨਹੀਂ ਪਤਾ ਉਹੀ ਤਾਂ ਮੈਂ ਪੁੱਛਦੀ ਹਾਂ ਮਨਦੀਪ ਉਹਨਾਂ ਨੂੰ ਕਿ ਤੁਸੀਂ ਸੱਚ ਕਿਉਂ ਨਹੀਂ ਦੱਸਦੇ ਕੀ ਮੋਟਿਵ ਲੱਗਦਾ ਉਹਨਾਂ ਦਾ
maybe emotional blackmail ਸੰਗਤ ਨਾਲ, that's what it can be, otherwise ਕਿਉਂ ਤੁਸੀਂ ਇੰਨਾ ਝੂਠ ਬੋਲੋਗੇ ਹਨਾ। ਇਹਨੇ ਤੁਸੀਂ ਪਿਆਰ ਕਰਦੇ ਆ ਦੀਪ ਨੂੰ, ਤੁਸੀਂ ਕਹਿੰਦੇ ਆ ਕਿ ਹਾਂ ਇਹ ਮੇਰਾ ਭਰਾ, ਤੇ ਤੁਸੀਂ ਸੱਚ ਆ ਕੇ ਦੱਸ ਦਿਓ। ਜਿਹੜੇ ਲੋਕ ਦੀਪ ਸਿੱਧੂ ਨੂੰ ਪਿਆਰ ਕਰਦੇ ਸੀ, ਕਿ ਉਹਨਾਂ ਨੂੰ ਅੱਜ ਅੰਮ੍ਰਿਤਪਾਲ ਦੀ ਸਪੋਰਟ ਕਰਨੀ ਚਾਹੀਦੀ ਹੈ? ਕਿਉਂਕਿ ਤੁਹਾਡੇ ਮੁਤਾਬਕ ਦੋਨਾਂ ਦੀ ਸੋਚ ਅਲੱਗ ਸੀ, ਆਈਡੀਓਲੋਜੀ ਦੋਨਾਂ ਦੀ ਡਿਫਰੈਂਟ ਆ। ਠੀਕ ਆ, ਅੰਮ੍ਰਿਤਪਾਲ ਦੇ ਨਾਲ ਵੀ ਕਰ ਲਓ, ਕਿੱਥੇ ਕਰ ਲਓ, ਪਰ ਇੰਨਾ ਵਾ ਕਿ ਤੁਸੀਂ ਪੀਸ ਦੇ ਨਾਲ ਜਾਵੋ। ਹਮੇਸ਼ਾ ਦੀਪ ਇਹ ਵੀ ਵਾਇਲੈਂਸ, he was really against violence, ਕਿ ਤੁਸੀਂ ਵਾਇਲੈਂਸ ਨਾ ਕਰਿਓ, ਬਿਕਾਜ਼ ਇਸ ਚੀਜ਼ ਤੋਂ ਤੁਹਾਨੂੰ ਕੁਝ ਨਹੀਂ ਮਿਲਣਾ। I think you know ਦੋਨੇ ਪਾਸੇ ਚੀਜ਼ ਚੱਲ ਜਾਂਦੀ ਆ। ਅੰਮ੍ਰਿਤਪਾਲ ਮੈਂ ਨਹੀਂ ਕਹਿੰਦੀ, he's a good person, ਉਹ ਵੀ ਇਨਸਾਨ ਆ, you know, and he's fighting for a lot of stuff too, ਪਰ ਸਿਰਫ ਇਹ ਹੈ ਕਿ ਤੁਸੀਂ at least ਕਿੱਥੇ ਦੀਪਤੀ, ਯੂ ਨੋ ਮੈਂ ਵਾਈਫ ਹੋਣ ਲੱਗੀ ਸੀ, ਉਹਨੂੰ ਵੀ ਤੁਸੀਂ ਐਟ ਲੀਸਟ ਇੰਨਾ ਸਪੋਰਟ ਤਾਂ ਕਰ ਸਕਦੇ ਸੱਚ ਤੇ। ਹੁਣ ਮੈਂ ਹੀ ਹੈ ਕਿ ਸੱਚ ਬੋਲਦੀ ਆ, ਕੋਈ ਨਹੀਂ ਹੋਰ, ਨਾ ਮੈਨੂੰ ਕੋਈ ਚਾਹੀਦਾ, ਬਿਕਾਜ਼ ਮੈਨੂੰ ਪਤਾ ਮੇਰੇ ਗੁਰੂ ਸਾਹਿਬ ਮੇਰੇ ਨਾਲ ਆ, ਤਾਂ ਸੱਚ ਆਊਗਾ ਇੱਕ ਦਿਨ, ਜਾਂ ਅੱਜ ਨਹੀਂ ਆਊਗਾ ਇੱਕ ਦਿਨ ਤੇ ਜ਼ਰੂਰ ਆਊਗਾ। ਖਾਲਿਸਤਾਨ ਦਾ ਇਸ਼ੂ ਚੁੱਕਦੇ ਆ, ਦੀਪ ਸਿੱਧੂ ਚਾਹੁੰਦੇ ਸੀ ਇਸ ਇਸ਼ੂ ਨੂੰ ਸਪੋਰਟ ਕਰਦੇ ਸੀਗੇ? ਐਜ਼ ਮਚ ਐਜ਼ ਆਈ ਨੋ ਨਹੀਂ, ਬਿਕਾਜ਼ ਉਹਨੂੰ ਇਹ ਵੀ ਬਲੀਵ ਆ ਕਿ ਹਰੇਕ ਡਿਫਰੈਂਟ ਕਲਚਰਸ ਦੀ ਆ ਬਲੀਫ ਸਿਸਟਮ ਹੈਗੇ ਆ, ਇਸ ਨਾਲ ਕਿ ਅਸੀਂ ਸਿਰਫ ਇੱਥੇ ਆ। ਯੈਸ, ਸਿੱਖਾਂ ਦੇ ਬਾਰੇ ਮੈਂ ਵੀ ਹੁਣ ਸਿੱਖ ਹਾਂ, ਆਈ ਐਗਰੀ, ਯੂ ਨੋ ਮੇਰਾ ਖੂਨ ਵੀ ਯੂ ਨੋ ਇਜ਼ ਫਰਮ ਸਿੱਖ ਫੈਮਿਲੀ, ਪਰ ਇਸ ਚੀਜ਼ ਤੇ ਮੈਂ ਹੁਣ ਕਾਫੀ ਗੱਲ ਨਹੀਂ ਕਰਨਾ ਮੰਗਦੀ ਖਾਲਿਸਤਾਨ ਦੇ ਬਾਰੇ, ਬਿਕਾਜ਼ ਮੈਨੂੰ ਇੰਨੀ ਓਨੈਸਟਲੀ ਨੌਲੇਜ ਨਹੀਂ ਪਤਾ ਇਸ ਚੀਜ਼ ਤੇ। ਪਰ ਇੰਨਾ ਕਿ ਤੁਸੀਂ ਸਾਰਿਆਂ ਦੇ ਨਾਲ ਦਿਸ ਮੇਕ ਯੂਨਿਟੀ, ਯੂ ਨੋ ਹਿਊਮੈਨਿਟੀ ਲਈ ਅਸੀਂ ਕੰਮ ਤੁਸੀਂ ਚਾਹੁੰਦੇ ਹੋ ਕਿ ਸਾਰਾ ਕੁਝ ਠੀਕ ਹੋਵੇ, ਜਿਵੇਂ ਪਹਿਲਾਂ ਤੁਸੀਂ ਸਪੋਰਟ ਕਰਦੇ ਸੀ ਅੰਮ੍ਰਿਤਪਾਲ ਦੇ ਨਾਲ ਵੀ ਤੁਹਾਡੇ ਅੱਛੇ ਕਨੈਕਸ਼ਨ ਸੀਗੇ, ਉਹਦੇ ਦੀਪ ਦੀ ਫੈਮਿਲੀ ਨਾਲ ਵੀ ਅੱਛੇ ਸੀਗੇ, ਸਾਰਾ ਕੁਝ ਠੀਕ ਹੋ ਜਾਵੇ? ਯੈਸ, ਬਿਲਕੁਲ। ਵਾਰਿਸ ਪੰਜਾਬ ਨੂੰ ਸਪੋਰਟ ਕਰੋਗੇ ਤੁਸੀਂ? ਕਰੂੰਗੀ, ਜੇ ਸੱਚ ਤੇ ਆ, ਬਿਲਕੁਲ ਕਰੂੰਗੀ। ਤੁਸੀਂ ਕੋਈ ਅੱਛਾ ਵੱਡਾ ਰੋਲ ਨਿਭਾਉਣਾ ਚਾਹੁੰਦੇ ਆ ਕਿ ਤੁਸੀਂ ਵੀ ਨਾਲ ਖੜ ਕੇ, ਜਿਵੇਂ ਅੰਮ੍ਰਿਤਪਾਲ ਆ ਉਸ ਲੈਵਲ ਦੇ ਉੱਪਰ ਨਾਲ ਖੜ ਕੇ ਲੀਡ ਕਰੋ ਜਥੇਬੰਦੀ ਨੂੰ? ਕਿੱਥੇ ਜਾਂ ਮੈਂ ਕਰ ਸਕਦੀ ਹਾਂ। ਆਈ ਥਿੰਕ ਆਈ ਹੈਵ ਯੂ ਨੋ ਦ ਲਵ ਫॉर ਦੀਪ, ਮੈਨੂੰ ਪਤਾ ਉਹ ਕਿੰਨਾ ਯੂ ਨੋ ਵਾਰਿਸ ਪੰਜਾਬ ਉਹਦੇ ਲਈ ਇੰਪੋਰਟੈਂਟ ਸੀ। ਦੋਨੇ ਪਾਸੇ ਹੈ ਮੇਰੇ ਲਈ, ਓਨੈਸਟਲੀ ਮੇਰਾ ਕੰਮ ਵੀ ਹੈਗਾ, ਯੂ ਨੋ ਆਈ ਹੈਵ ਟੂ ਗੋ ਬੈਕ ਐਂਡ ਫੁਲਫਿਲ। ਹੁਣ ਤੁਸੀਂ ਕੀ ਕਰਦੇ ਯੂਐਸ ਦੇ ਵਿੱਚ? ਯੂਐਸ ਦੇ ਵਿੱਚ ਨਹੀਂ ਮੈਂ ਹੁਣ ਰਹਿੰਦੀ, ਹੁਣ ਮੈਂ ਅਫੀਸ਼ੀਅਲੀ ਟ੍ਰਾਂਸਫਰ ਹੋ ਗਈ ਸੀ, ਲੋਕੇਟਡ ਹੋ ਗਈ ਸੀ ਬੰਬੇ ਦੇ ਵਿੱਚ 2018 ਚ। ਹੁਣ ਮੈਂ ਵਾਪਸ ਸਲੋਲੀ ਕੰਮ ਚ, ਯੂ ਨੋ ਤੁਸੀਂ ਐਕਟਿੰਗ ਚ ਅੱਗੇ ਕਰ ਰਹੇ ਹੋ ਫੋਕਸ? ਮੇਰੀ ਹਿੰਦੀ ਫਿਲਮਸ ਚ ਕੰਟਰੈਕਟ ਹੈਗਾ, ਸੋ ਉਸ ਚੀਜ਼ ਤੇ ਮੈਂ ਫੋਕਸ ਕਰੂੰਗੀ, ਦੀਪ ਦੇ ਲੈਗੇਸੀ ਤੇ ਵੀ ਫੋਕਸ ਕਰੂੰਗੀ। ਇਹ ਥੋੜਾ ਕਾਫੀ ਟਾਈਮ ਲੱਗਦਾ ਇਸ ਚੀਜ਼ ਤੇ, ਹੁਣ ਮੈਂ ਹੌਲੀ ਹੌਲੀ। ਪੰਜਾਬ ਦੇ ਲੋਕਾਂ ਤੇ ਦੀਪ ਸਿੱਧੂ ਦੇ ਸਪੋਰਟਰਸ ਨੂੰ ਕੀ ਕਹਿਣਾ ਚਾਹੋਗੇ? ਮੈਨੂੰ ਬਸ ਕੋਈ ਡਾਊਟ ਹੋਵੇ ਜਾਂ ਕੋਈ ਕੁਐਸਚਨਸ ਆ, ਤੁਸੀਂ ਮੈਨੂੰ ਪੁੱਛ ਸਕਦੇ ਆ। ਮੈਂ ਇਹੀ ਇੱਕ ਬੇਨਤੀ ਕੀਤੀ ਆ ਸਾਰਿਆਂ ਨੂੰ, ਅਕਾਲ ਤਖਤ ਤੁਸੀਂ ਮੈਨੂੰ ਬੁਲਾ ਲਓ, ਸਿੱਖਾਂ ਦੇ ਸੁਪਰੀਮ ਕੋਰਟ ਸਾਡੇ ਗੁਰੂ ਦੇ ਘਰ, ਉੱਥੇ ਤੁਸੀਂ ਕਿਹੜਾ ਫੈਸਲਾ ਕਰਨਾ ਹੈ ਨਾ ਮੇਰੇ ਨਾਲ, ਤੁਸੀਂ ਉੱਥੇ ਆ ਜਾਓ, ਬਿਕਾਜ਼ ਉਹ ਚੀਜ਼ ਤੇ ਮੈਂ ਹੋਪਫੁਲੀ ਕੋਈ ਨਹੀਂ ਉੱਥੇ ਝੂਠ ਬੋਲੂਗਾ, ਯੂ ਨੋ ਮੈਂ ਵੀ ਨਹੀਂ ਬੋਲੂੰਗੀ, ਮੈਂ ਗੁਰੂ ਨੂੰ ਬਹੁਤ ਮੰਨਦੀ ਹਾਂ, ਇਸ ਚੀਜ਼ ਤੇ ਮੈਂ ਉਹਨੂੰ ਡਿਸਰਿਸਪੈਕਟ ਨਹੀਂ ਕਰੂੰਗੀ। ਤੁਸੀਂ ਸੱਚ ਦੇ ਨਾਲ ਖੜੋ। ਇਸ ਐਕਚੁਅਲੀ ਯੂ ਨੋ ਮਨਦੀਪ ਸਾਰਿਆਂ ਨੂੰ ਪਤਾ ਸੱਚ ਹੈ ਕੀ ਆ, ਐਂਡ ਤੁਸੀਂ ਦੀਪ ਦੀ ਸੋਚ ਤੇ ਲੈਗੇਸੀ ਤੇ ਤੁਸੀਂ ਤਰੋ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਦੇਖ ਰਹੀ ਹਾਂ ਇਸ ਚੀਜ਼ ਤੇ, ਯੂ ਨੋ ਕਾਫੀ ਸੰਗਤ ਮੇਰੇ ਨਾਲ ਵੀ ਹੈਗੀ ਆ, ਐਂਡ ਜਿਹੜੇ ਨਹੀਂ ਹੈਗੇ ਉਹ ਤੁਹਾਡੇ ਤੇ ਯਕੀਨ ਕਿਉਂ ਕਰਨ? ਲੋਕ ਕਹਿੰਦੇ ਕਿ ਜੇ ਇਹ ਸੱਚੇ ਸੀਗੇ ਤਾਂ ਇੰਨਾ ਟਾਈਮ ਕਿਉਂ ਲਗਾ ਦਿੱਤਾ, ਕੀ ਪ੍ਰੈਸ਼ਰ ਸੀਗਾ ਕਿ ਇੰਨੇ ਟਾਈਮ ਬਾਅਦ ਸਾਹਮਣੇ ਆ ਕੇ ਦੱਸਦੇ ਪਏ? ਲੋਕ ਤੁਹਾਡੇ ਤੇ ਯਕੀਨ ਕਿਉਂ ਕਰਨ? ਉਹੀ ਹੁਣ ਮੈਂ ਖੜੀ ਹਾਂ ਇੱਥੇ, ਇੰਨਾ ਕਿ ਮੈਂ ਉਹੀ ਤਾਂ ਮੈਂ ਕਿ ਮੈਂ ਸਰੀਰ ਨੂੰ ਨਹੀਂ ਮੈਂ ਤੋੜ ਸਕਦੀ, ਰਿਪ ਕਰ ਸਕਦੀ, ਪਰ ਇੰਨਾ ਹੁਣ ਜਦ ਕਿ ਵੀਨਾ ਦਾ ਪ੍ਰੈਜ਼ੈਂਸ ਆ ਇੱਥੇ, ਇਹਨੂੰ ਇਹ ਚੀਜ਼ ਤੇ ਐਟ ਲੀਸਟ ਯਕੀਨ ਤੇ ਕਰੋ ਹਾਂ ਕਿ ਵੀਨਾ ਇੱਥੇ ਵਾਪਸ ਆਈ ਆ। ਹੁਣ ਸੱਚ ਕਿਉਂ ਮੈਂ ਕਿਉਂ ਇੱਕ ਸਾਲ ਨਹੀਂ ਮੈਂ ਗੱਲ ਕੀਤੀ, ਉਹ ਵੀ ਮੈਂ ਦੱਸਦਾ ਸਾਰੇ ਮੀਡੀਆ ਦੇ ਵਿੱਚ, ਐਂਡ ਯੂ ਨੋ ਮੈਂ ਕਿੰਨਾ ਸੱਚ ਦੱਸ ਸਕਦੀ। ਮੈਂ ਇੱਥੇ ਖੜੀ ਹਾਂ, ਮੈਂ ਅਕਾਲ ਤੱਕ ਚਲ ਜੂੰਗੀ, ਮੈਂ ਡਿਬੇਟ ਖੁੱਲੀ ਰੱਖੀ ਹੋ ਆ, ਸਾਰੀ ਸੰਗਤ ਕਿੱਥੇ ਮਰਜੀ ਤੁਸੀਂ ਮੈਨੂੰ ਪੁੱਛ ਸਕਦੇ ਆ, ਯੂ ਨੋ ਕਿਹੜਾ ਬੰਦਾ ਝੂਠ ਬੋਲੂਗਾ ਉਹ ਨਹੀਂ ਆਊਗਾ। ਅੱਛਾ ਜੀ, ਹੁਣ ਤੁਸੀਂ ਦੇਖ ਲਿਓ, ਮਨਦੀਪ ਆਊਗਾ ਉੱਥੇ, ਠੀਕ ਹੈ, ਅਸੀਂ ਕਿਹੜਾ ਉਹਨੇ ਡਿਬੇਟ ਕਰਨਾ ਮੇਰੇ ਨਾਲ ਕਰ ਲੂ, ਕਿਹੜਾ ਨਹੀਂ ਆਊਗਾ ਤੁਸੀਂ ਆਪੇ ਦੇਖ ਲਿਓ ਕਿਹੜਾ ਸੱਚਾ ਤੇ ਕਿਹੜਾ ਝੂਠਾ, ਉਹ ਤਾਂ ਹੁਣ ਫਿਰ ਤੁਸੀਂ ਆਪੇ ਉਸ ਟਾਈਮ। ਦੀਪ ਸਿੱਧੂ ਬਾਰੇ ਕੋਈ ਇਹੋ ਜਿਹੀ ਗੱਲ ਜਿਹੜੀ ਅੱਜ ਤੱਕ ਲੋਕ ਨਹੀਂ ਜਾਣਦੇ ਹੈਗੇ, ਉਹਨਾਂ ਦੀ ਜ਼ਿੰਦਗੀ ਦਾ ਇੱਦਾਂ ਦਾ ਕੋਈ ਪਾਰਟ ਤੁਸੀਂ ਸ਼ੇਅਰ ਕਰਨਾ ਚਾਹੁੰਦੇ, ਕੋਈ ਤੁਸੀਂ ਬਹੁਤ ਨੇੜੇ ਸੀਗੇ ਉਹਨਾਂ ਦੇ? ਦੀਪ ਐਕਚੁਅਲੀ ਬਹੁਤ ਉਹ ਬਹੁਤ ਗੂਫਬॉल ਸੀ ਐਕਚੁਅਲੀ। ਹੀ ਵਾਸ ਉਹਨੂੰ ਐਕਚੁਅਲੀ ਕੁਕਿੰਗ ਪਸੰਦ ਸੀ ਜਦੋਂ ਮੇਰੇ ਨਾਲ ਸੀ,
ਉਹ ਹਮੇਸ਼ਾ ਮੈਨੂੰ ਬ੍ਰੇਕਫਾਸਟ ਬਣਾਉਂਦਾ ਹੁੰਦਾ ਸੀ ਯੂ نو ਉਹਦਾ ਹੀ ਲੁਕਸ ਵੈਰੀ ਸਟਰੋਂਗ ਇਨ ਅ ਬੋਲਡ ਪਰਸਨੈਲਿਟੀ ਪਰ ਕਿਦੋਂ ਘਰੇ ਸੀ ਉਹ ਬਹੁਤ ਪਿਆਰਾ ਸੀ ਹੀ ਵਾਸ ਰੀਲੀ ਲਵਿੰਗ ਐਂਡ ਯੂ نو ਜੇ ਐਜ਼ ਅ ਲਾਈਫ ਪਾਰਟਨਰ ਤੁਹਾਨੂੰ ਚਾਹੀਦਾ ਸੀ ਦੀਪ ਸਿੱਧੂ ਬਿਲਕੁਲ ਉਹੋ ਜਿਹੇ ਸੀ ਯਾ ਕਿੱਥੇ ਐਵਰੀਥਿੰਗ ਕਿੱਥੇ ਉਹਦਾ ਗੁੱਸਾ ਕਿੱਥੇ ਉਹਦੀ ਐਵਰੀਥਿੰਗ ਦੀਪ ਦੇ ਬਾਰੇ ਮੈਨੂੰ ਉਹੀ you know I really ਉਹੀ ਚਾਹੁੰਦੀ ਸੀ in him being very spiritual and being very religious ਉਹ ਚੀਜ਼ ਮੈਨੂੰ ਹਮੇਸ਼ਾ ਮੈਂ ਗੁਰੂ ਨੂੰ ਕਿਹਾ ਸੀ ਕਿ ਤੁਸੀਂ ਮੈਨੂੰ ਇਦਾਂ ਦਾ husband you know I want that kind of husband he was my soulmate ਹੁਣ it's really hard ਕਿ ਉਹ ਅੱਜ ਮੇਰੇ ਨਾਲ ਨਹੀਂ physically ਹੈ ਨਹੀਂ ਮੇਰੇ ਨਾਲ ਪਰ ਅਸੀਂ ਉਹਦੀ ਲਾਈਫ ਸੈਲੀਬ੍ਰੇਟ ਕਰ ਸਕਦੇ ਹਾਂ you know in a very peaceful and a loving way ਜਿਹੜੀਆਂ ਚੰਗੀਆਂ ਯਾਦਾਂ ਹੁੰਦੀਆਂ ਆਪਾਂ ਉਹਨਾਂ ਦੇ ਸਹਾਰੇ ਅੱਗੇ ਚੱਲ ਸਕਦੇ ਹਾਂ ਮੂਵ ਔਨ ਹੋ ਗਏ ਤੁਸੀਂ ਲਾਈਫ ਦੇ ਵਿੱਚ ਪੂਰੇ ਤਰੀਕੇ ਨਾਲ ਕਿ ਨਹੀਂ ਹਲੇ ਨਹੀਂ ਬਹੁਤ ਔਖਾ ਮੇਰੇ ਲਈ you know mentally physically emotionally ਕਾਫੀ ਟਾਈਮ ਲੱਗੂਗਾ ਇਸ ਚੀਜ਼ ਤੇ you know ਕਿ ਪਤਾ ਨਹੀਂ ਕੱਲ੍ਹ ਨੂੰ ਕੀ ਗੁਰੂ ਸਾਹਿਬ ਨੇ ਮੇਰੀ ਕਿਸਮਤ 'ਚ ਲਿਖਿਆ ਪਰ ਮੈਂ ਉਹਦੇ ਹੁਕਮ ਤੇ ਚੱਲਦੀ ਹਾਂ ਤੁਹਾਡੀ ਫੈਮਿਲੀ ਕੀ ਕਹਿੰਦੀ ਅੱਗੇ ਤੁਹਾਨੂੰ ਕਹਿ ਰਹੇ ਕਿ ਹੁਣ ਮੂਵ ਹੋ ਅੱਗੇ ਵਧੋ ਤੁਸੀਂ ਕੰਮ ਦੇ ਵਿੱਚ ਯੈਸ ਉਹਨਾਂ ਨੂੰ ਪਤਾ ਕਿ ਯੂ نو ਯੂ ਨੀਡ ਟੂ ਵਰਕ ਦੀਪ ਤੇ ਕਿਹੜੇ ਸੁਪਨੇ ਤੇ ਤੂੰ ਹੀ ਪੂਰੀ ਕਰ ਸਕਦੀਆਂ ਨੇ ਉਹਦੇ ਨਾਲ ਤਾਂ ਮੈਨੂੰ ਕੰਮ ਕਰਨਾ ਪੈਣਾ ਐਂਡ ਯੈਸ ਮੈਨੂੰ ਫੋਕਸ ਕਰਨਾ ਪੈਣਾ ਕਿਦੋਂ ਮੈਂ ਪਹਿਲਾਂ ਫੋਕਸ ਸੀ ਸੋ ਮੇਰੀ ਜ਼ਿੰਦਗੀ 'ਚ ਪਰਸਨਲ ਲਾਈਫ 'ਚ ਹਾਂਜੀ ਪਰਸਨਲ ਲਾਈਫ 'ਚ ਮੂਵ ਹੋਣਾ ਚਾਹੁੰਗੇ ਟੁੱਟੀ ਹਾਂ ਮੈਂ ਮੇਰੀ ਦੀਪ ਸਿੰਘ ਯੂ نو ਮੇਰੀ ਜਾਨ ਹਾਲੇ ਵੀ ਹਮੇਸ਼ਾ ਰਹੂਗਾ ਮੈਂ ਇਸ ਚੀਜ਼ ਤੇ ਸੋਚ ਨਹੀਂ ਸਕਦੀ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਧੰਨਵਾਦ ਸੋ ਤੁਸੀਂ ਇਸ ਇੰਟਰਵਿਊ ਬਾਰੇ ਕੀ ਕਹਿਣਾ ਚਾਹੁੰਦੇ ਕਿਉਂਕਿ ਇਸ ਵੇਲੇ ਬਹੁਤ ਵੱਡਾ ਇਸ਼ੂ ਪੰਜਾਬ ਦੇ ਵਿੱਚ ਬਣਿਆ ਹੋਇਆ ਰੀਨਾ ਰਾਏ ਬਾਰ-ਬਾਰ ਹੱਥ ਜੋੜ ਕੇ ਕਹਿ ਰਹੇ ਨੇ ਕਿ ਦੀਪ ਸਿੱਧੂ ਨੂੰ ਸ਼ਹੀਦ ਬਹੁਤ ਵੱਡਾ ਦਰਜਾ ਹੁਣ ਤੋਂ ਨਾ ਦਿੱਤਾ ਜਾਵੇ ਹਾਦਸੇ ਦੇ ਵਿੱਚ ਉਹਨਾਂ ਦੀ ਡੈਥ ਹੋਈ ਹੈ ਜੋ ਉਹਨਾਂ ਦੀ ਆਈਡੀਓਲੋਜੀ ਸੀਗੀ ਉਸ ਨੂੰ ਅੱਗੇ ਲਿਜਾਇਆ ਜਾਵੇ ਤੇ ਉਹਦਾ ਕਿਸੇ ਵੀ ਤਰੀਕੇ ਦੇ ਨਾਲ ਮਿਸਯੂਜ਼ ਉਹਨਾਂ ਦੇ ਨਾਮ ਦਾ ਨਾ ਕੀਤਾ ਜਾਵੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕੈਮਰਾਮੈਨ ਦਵਿੰਦਰ ਔਰ ਪਵਨ ਦੇ ਨਾਲ ਹਰਮਨ ਹੈ ਦੈਨਿਕ ਸਵੇਰਾ ਟੀਵੀ ਨਵਾਂ ਸ਼ਹਿਰ